ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਕੱਤਕ ਕੀ ਵਿਸਾਖ, ਭਾਗ 5ਵਾਂ, ਪੰਨਾ ਨੰਬਰ 92। ਖੂਹ ਭਾਈ ਬਾਲੇ ਦਾ ਨਹੀਂ। ਹੁਣ ਅਸੀਂ ਖੂਹ ਦੀ ਅਸਲੀਅਤ ਵੱਲ ਆਉਂਦੇ ਹਾਂ ਕਿ ਅਸਲ ਇਹ ਕਿਸ ਦਾ ਹੈ ਅਤੇ ਕਦੋਂ ਦਾ ਬਣਿਆ ਹੋਇਆ ਹੈ। ਜਦ ਕਦੀ ਗੁਰੂ ਜੀ ਤਲਵੰਡੀ ਆਉਂਦੇ ਹਨ ਤਾਂ ਉਹਨਾਂ ਦੇ ਬੈਠਣ ਦੀ ਥਾਂ ਸਦਾ ਇੱਕ ਹੀ ਦੱਸੀ ਹੈ। ਇਹੋ ਹੀ ਲਿਖਿਆ ਪੜ੍ਹੀਦਾ ਹੈ ਕਿ ਆਏ ਚੰਦਰ ਭਾਨ ਸੰਧੂ ਦੇ ਖੂਹ ਉੱਤੇ ਉਤਰੇ। ਥਾਂ ਥਾਂ ਅਜਿਹੇ ਲੇਖਾਂ ਦਾ ਆਉਣਾ ਬਦੋ ਬਦੀ ਬੰਦੇ ਨੂੰ ਸ਼ੱਕੀ ਕਰ ਦਿੰਦਾ ਹੈ ਕਿ ਇਸ ਵਿੱਚ ਜ਼ਰੂਰ ਕੁਝ ਭੇਤ ਹੈ। ਪਰ ਜਦ ਕਿ ਅਸੀਂ ਉੱਪਰ ਦੱਸ ਆਏ ਹਾਂ ਕਿ ਚੰਦਰਭਾਨ ਕਿਸੇ ਸੂਰਤ ਵੀ ਭੱਟੀਆਂ ਦੀ ਰਾਜਧਾਨੀ ਵਿੱਚ ਰਹਿ ਹੀ ਨਹੀਂ ਸਕਦਾ, ਤਦ ਇਹ ਕਹਿਣਾ ਬਿਲਕੁਲ ਠੀਕ ਹੋਵੇਗਾ ਕਿ ਇਹ ਖੂਹ ਭਾਈ ਬਾਲੇ ਦਾ ਨਹੀਂ ਸੀ। ਖੂਹ ਦੇ ਪਾਸ ਇੱਕ ਬੜਾ ਭਾਰੀ ਪੱਕਾ ਥੇਹ ਹੈ। ਵੇਖਣ ਵਾਲਾ ਅੱਖ ਦੇ ਫੋਰ ਵਿੱਚ ਹੀ ਦੱਸ ਸਕਦਾ ਹੈ ਕਿ ਇਸ ਥੇਹ ਵਿੱਚ ਮਹਿਲ ਹੀ ਗਰਕ ਹੋਏ ਪਏ ਹੋਣਗੇ। ਇਹ ਕਿਸੇ ਪਿੰਡ ਦਾ ਥੇਹ ਨਹੀਂ। ਜਿਸ ਆਦਮੀ ਨੇ 5-7 ਥੇਹ ਵੇਖੇ ਹੋਣ ਉਹ ਝੱਟ ਪਛਾਣ ਜਾਂਦਾ ਹੈ ਕਿ ਇਹ ਮਾਮੂਲੀ ਜਿਹੇ ਪਿੰਡ ਦਾ ਥੇਹ ਹੈ ਜਾਂ ਸ਼ਾਹੀ ਕਿਲੇ ਤੇ ਮਹੱਲਾਂ ਦਾ ਢੇਰ। ਦੰਤ ਕਥਾ ਵੀ ਸਾਨੂੰ ਦੱਸਦੀ ਹੈ ਕਿ ਬਹੁਤ ਪੁਰਾਣਿਆਂ ਸਮਿਆਂ ਵਿੱਚ ਜਦ ਕਿ ਇਹ ਬਾਰ ਬਹੁਤ ਆਬਾਦ ਸੀ, ਇੱਥੇ ਇੱਕ ਰਾਜੇ ਦਾ ਕਿਲਾ ਤੇ ਧੌਲਰ ਹੁੰਦੇ ਸਨ। ਇੱਕ ਵਾਰ ਐਸਾ ਹੜ੍ਹ ਆਇਆ ਕਿ ਇਹ ਬਾਰ ਜਲ ਥਲ ਹੋ ਗਈ। ਉਸ ਤੋਂ ਮਗਰੋਂ ਦਰਿਆਵਾਂ ਦੇ ਰੁੱਖ ਬਦਲ ਗਏ, ਜ਼ਮੀਨ ਬੰਜਰ ਹੋ ਗਈ ਅਤੇ ਰਾਜੇ ਵੀ ਮੁਸਲਮਾਨਾਂ ਦੇ ਆਉਣ ਕਰਕੇ ਬਰਬਾਦ ਹੋ ਗਏ। ਇਹ ਹਾਲਤ ਇਸ ਤਪੇ ਦੀ ਭੱਟੀਆਂ ਦੇ ਸਮੇਂ ਤੀਕ ਰਹੀ। ਜਦ ਰਾਏ ਭੋਏ ਦੜਕਿਆ ਤਾਂ ਉਸਨੇ ਇਸ ਜਗ੍ਹਾ ਨੂੰ ਚੰਗੀ ਵੇਖ ਕੇ ਇੱਥੇ ਹੀ ਆਪਣੀ ਰਾਜਧਾਨੀ ਦੀ ਨੀਂਹ ਰੱਖੀ। ਚੰਦਰਭਾਨ ਵੀ ਇਸ ਵੇਲੇ ਹੀ ਇੱਥੇ ਆ ਕੇ ਵਸਿਆ ਹੋਵੇਗਾ, ਜੇਕਰ ਐਸਾ ਸਾਨੂੰ ਮੰਨਣਾ ਵੀ ਪਵੇ। ਪਰ ਜਦ ਅਸੀਂ ਖੂਹ ਦੀ ਬਨਾਵਟ ਵੱਲ ਵੇਖਦੇ ਹਾਂ ਤਾਂ ਹੈਰਾਨ ਹੋਈਦਾ ਹੈ ਕਿ ਇੱਕ ਮਾਮੂਲੀ ਜੱਟ ਚੰਦਰਭਾਨ ਨੇ ਐਡਾ ਜ਼ਬਰ ਜੰਗ ਖੂਹ ਕਿਕੂ ਲਵਾ ਲਿਆ। ਜੱਟਾਂ ਵਾਸਤੇ ਖੂਹ ਲਵਾਉਣਾ ਕੋਈ ਮਾਮੂਲੀ ਗੱਲ ਨਹੀਂ ਹੈ। ਉਸ ਸਮੇਂ ਜਦ ਕਿ ਜੱਟ ਦੀ ਔਕਾਤ ਘੋੜੀ ਬਲਦ ਤੇ ਹਾਲ ਹੀ ਹੁੰਦਾ ਸੀ, ਐਡਾ ਵੱਡਾ ਖੂਹ ਲਵਾ ਲੈਣਾ ਮੂਲੋਂ ਹੀ ਅਸੰਭਵ ਜਾਪਦਾ ਹੈ। ਕੋਈ ਆਦਮੀ ਵੀ ਪਿਛਲਿਆਂ ਸਮਿਆਂ ਦੀ ਐਸੀ ਮਿਸਾਲ ਨਹੀਂ ਪੇਸ਼ ਕਰ ਸਕਦਾ ਜੋ ਇਹ ਦੱਸੇ ਕਿ ਕਿਸੇ ਇਕੱਲੇ ਜੱਟ ਨੇ ਬਾਰ ਜੈਸੇ ਦੇਸ਼ ਵਿੱਚ ਆਪਣੀ ਹੀ ਕਮਾਈ ਤੋਂ ਖੂਹ ਲਵਾ ਲਿਆ ਹੋਵੇ। ਉਨੀ ਦਿਨੀ ਤਾਂ ਇਹ ਰਿਵਾਜ ਸੀ ਕਿ ਇੱਕ ਗੋਤ ਦੀ ਗੋਤ ਹੀ ਤਰ ਪਈ। ਜਿੱਥੇ ਜਾ ਕੇ ਝੰਡੇ ਗੱਡੇ ਉੱਥੇ ਹੀ ਖੂਹ ਪੁੱਟਣ ਲੱਗ ਪਏ। ਪਹਿਲੋਂ ਤਾਂ ਖੂਹ ਕੱਚਾ ਹੀ ਰੱਖਿਆ, ਜਦ ਗੋਤ ਵਿੱਚ ਤਾਕਤ ਵਧੀ ਤਾਂ ਪੱਕਾ ਵੀ ਕਰਵਾ ਲਿਆ, ਨਹੀਂ ਤਾਂ ਸਦਾ ਲਈ ਕੱਚਾ ਹੀ ਰਿਹਾ। ਜੈਸਾ ਕਿ ਅੱਜ ਤੀਕ ਅਸੀਂ ਬਾਰ ਵਿੱਚ ਪੁਰਾਣੇ ਖੂਹ ਵੇਖਦੇ ਹਾਂ। ਹੈਰਾਨੀ ਹੈ ਕਿ ਐਸਾ ਦੌਲਤਮੰਦ ਜੱਟ ਦੂਜੇ ਸਰਦਾਰ ਦੇ ਮਾਥਿਤ ਕਿਕੂ ਰਿਹਾ। ਇਹ ਮੁੱਢ ਤੋਂ ਹੀ ਤੁਰੀ ਆਈ ਹੈ ਕਿ ਜੱਟ ਦੀਆਂ ਬਾਹਾਂ ਵਿੱਚ ਰਤਾ ਵੀ ਜ਼ੋਰ ਹੋਇਆ। ਉਸਨੇ ਆਪਣਾ ਅੱਡ ਹੀ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਮਰਦੇ ਦਮ ਵੀ ਦੂਜੇ ਦੇ ਅਧੀਨ ਨਹੀਂ ਹੋਇਆ। ਇਹੋ ਹੀ ਕਾਰਨ ਸੀ ਕਿ ਐਸੀਆਂ ਆਦਮੀਆਂ ਨੇ ਸਾਰੀ ਉਮਰ ਨਾ ਆਪ ਹੀ ਆਰਾਮ ਕੀਤਾ, ਨਾ ਹਮਸਾਇਆ ਨੂੰ ਹੀ ਆਰਾਮ ਲੈਣ ਦਿੱਤਾ। ਨਾਲ ਹੀ ਲੱਗਦੀ ਗੱਲ ਇਹ ਹੈ ਕਿ ਐਸੇ ਮੋਟੇ ਆਦਮੀ ਨੂੰ ਸੰਧੂਆਂ ਨੇ ਛੱਡ ਕਿਕੂ ਦਿੱਤਾ। ਉਹ ਗੋਤਾਂ ਜੋ ਇੱਕ ਮੋਏ ਹੋਏ ਆਦਮੀ ਦੇ ਹੱਥੋਂ ਜਾਣ ਨੂੰ ਵੀ ਕੌਮੀ ਮੁਸੀਬਤ ਸਮਝਦੀਆਂ ਸਨ, ਉਹ ਐਸੇ ਮੋਟੇ ਆਦਮੀ ਦੇ ਹੱਥੋਂ ਜਾਂਦਿਆਂ ਹੱਥ ਪੈਰ ਨਾ ਮਾਰਨ। ਗੋਤਾਂ ਦੀ ਤਾਕਤ ਉਦੋਂ ਆਦਮੀਆਂ ਦੀ ਬਹੁਲਤਾ ਨਾਲ ਹੁੰਦੀ ਸੀ। ਜਿਸ ਦੇ ਆਦਮੀ ਬਹੁਤੇ ਉਹ ਹੀ ਤਾਕਤਵਰ ਅਤੇ ਜਿਸ ਦੇ ਥੋੜੇ ਉਹ ਹੀ ਕਮਜ਼ੋਰ। ਹੈਰਾਨੀ ਹੈ ਕਿ ਸੰਧੂਆਂ ਨੇ ਐਸਾ ਤਾਕਤਵਰ ਆਦਮੀ ਛੱਡ ਕਿਸ ਤਰ੍ਹਾਂ ਦਿੱਤਾ। ਜੇਕਰ ਇਹਨਾਂ ਸਭ ਗੱਲਾਂ ਨੂੰ ਵੀ ਛੱਡ ਦਈਏ ਤਦ ਵੀ ਇਹ ਅਸੰਭਵ ਜਾਪਦਾ ਹੈ ਕਿ ਚੰਦਰਭਾਨ ਨੇ ਇਹ ਖੂਹ ਬਣਵਾਇਆ ਹੋਵੇ। ਜਿਸ ਆਦਮੀ ਨੇ ਪੁਰਾਣੀਆਂ ਇਮਾਰਤਾਂ ਵੇਖੀਆਂ ਹੋਣਗੀਆਂ ਉਹ ਇਸ ਖੂਹ ਨੂੰ ਵੇਖਦਿਆਂ ਹੀ ਆਖ ਦੇਵੇਗਾ ਕਿ ਇਹ ਖੂਹ ਗੁਰੂ ਨਾਨਕ ਜੀ ਤੋਂ ਬਹੁਤ ਪਹਿਲਿਆਂ ਵੇਲਿਆਂ ਦਾ ਹੈ। ਇਸ ਦੀ ਇੱਕ ਇੱਟ ਨੂੰ ਜੇਕਰ ਆਪ ਮਿਣੋਗੇ ਤਾਂ ਛੋਟੀ ਤੋਂ ਛੋਟੀ ਵੀ 2 ਗਿੱਠਾਂ ਲੰਮੀ ਅਤੇ ਗਿੱਠ ਦੀ 2/3 ਚੌੜੀ ਹੋਵੇਗੀ। ਮੋਟਾਈ ਦਾ ਇਸ ਤੋਂ ਹੀ ਅੰਦਾਜ਼ਾ ਲੱਗ ਸਕਦਾ ਹੈ। ਹੁਣ ਇਸ ਗੱਲ ਦੀ ਕੋਈ ਸ਼ਹਾਦਤ ਸਾਡੇ ਪਾਸ ਨਹੀਂ ਕਿ ਗੁਰੂ ਜੀ ਦੇ ਵੇਲੇ ਐਡੀਆਂ ਐਡੀਆਂ ਇੱਟਾਂ ਬਣਦੀਆਂ ਹੁੰਦੀਆਂ ਸਨ। ਉਸ ਵੇਲੇ ਦੀ ਜੋ ਇਮਾਰਤ ਵੇਖੀ ਜਾਂਦੀ ਹੈ ਉਸ ਦੀਆਂ ਇੱਟਾਂ ਬਹੁਤ ਹੀ ਛੋਟੀਆਂ ਵੇਖੀ ਦੀਆਂ ਹਨ। ਜਿਸ ਨੇ ਇਸ ਗੱਲ ਦਾ ਪਰਤਾਵਾ ਲੈਣਾ ਹੋਵੇ ਉਹ 400-450 ਵਰ੍ਹੇ ਦੀ ਇਮਾਰਤ ਨੂੰ ਵੇਖ ਕੇ ਉਸ ਵੇਲੇ ਦੀਆਂ ਇੱਟਾਂ ਦਾ ਅੰਦਾਜ਼ਾ ਲਗਾ ਸਕਦਾ ਹੈ। ਪਰ ਸਾਨੂੰ ਦੂਰ ਜਾਣ ਦੀ ਕੋਈ ਲੋੜ ਨਹੀਂ। ਜਰਾ ਦੀ ਜਰਾ ਥੇ ਉੱਤੇ ਸੈਰ ਦੇ ਬਹਾਨੇ ਦੜ ਜਾਓ ਅਤੇ ਕਿਸੇ ਅੱਜ ਕੱਲ੍ਹ ਦੇ ਪੁੱਟੇ ਹੋਏ ਟੋਏ ਦੀ ਤਹਿ ਵਿੱਚੋਂ ਕੋਈ ਇੱਟ ਲੱਭੋ। ਐਸਾ ਕਰਨ ਨਾਲ ਆਪ ਨੂੰ ਕਈ ਸਾਬਤ ਇੱਟਾਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਵੇਖਦਿਆਂ ਹੀ ਆਪ ਝੱਟ-ਪੱਟ ਕਹਿ ਉੱਠੋਗੇ ਕਿ ਇਸ ਥੇ ਦੀਆਂ ਇੱਟਾਂ ਤੇ ਇਸ ਖੂਹ ਦੀਆਂ ਇੱਟਾਂ ਇੱਕੋ ਹੀ ਸੱਚੇ ਦੀਆਂ ਹਨ। ਲਓ ਪਾਠਕ ਜੀ, ਹੁਣ ਸਮਝਣ ਵਿੱਚ ਕੋਈ ਰੁਕਾਵਟ ਨਹੀਂ ਰਹੀ। ਇਹ ਖੂਹ ਠੀਕ ਉਦੋਂ ਹੀ ਬਣਿਆ ਹੈ ਜਦੋਂ ਇੱਥੇ ਕਿਲ੍ਹਾ
ਤੇ ਮਹੱਲ ਬਣੇ ਸਨ। ਸਮੇਂ ਦੀ ਅਦਲਾ ਬਦਲੀ ਨੇ ਮਹੱਲਾਂ ਨੂੰ ਢਾਹ ਕੇ ਤਾਂ ਢੇਰੀ ਕਰ ਦਿੱਤਾ, ਪਰ ਇਹ ਖੂਹ ਹਰ ਇੱਕ ਨੂੰ ਸੁੱਖ ਦੇਣ ਦੇ ਕਾਰਨ ਇਹਨਾਂ ਆਫਤਾਂ ਤੋਂ ਬਚਿਆ ਰਿਹਾ। ਜਿਸ ਵੇਲੇ ਭੱਟੀਆਂ ਦੇ ਤਪੇ ਵਿੱਚੋਂ ਨਿਕਲ ਕੇ, ਜੋ ਅੱਜ ਕੱਲ੍ਹ ਵੀ ਜ਼ਿਲ੍ਹੇ ਗੁਜਰਾਂਵਾਲੇ ਦੀ ਤਹਿਸੀਲ ਹਾਫਿਜ਼ਬਾਦ ਅਤੇ ਖਾਨਖਾਹ ਡੋਗਰਾਂ ਵਿੱਚ ਹੈ, ਰਾਏ ਭੋਏ ਦੜਕਿਆ ਤਾਂ ਇੱਥੇ ਪੁਰਾਣਾ ਖੂਹ ਵੇਖ ਕੇ ਪਿੰਡ ਦੀ ਨੀਂਹ ਚਾ ਰੱਖੀ। ਭਲਾ ਖੂਹ ਬਿਨਾਂ ਪਿੰਡ ਬੱਝ ਕਿਸ ਤਰ੍ਹਾਂ ਸਕਦਾ ਸੀ? ਇਹ ਦਾਤ ਰਾਏ ਭੋਏ ਨੂੰ ਕਰਤਾਰ ਨੇ ਦਿੱਤੀ। ਉਸਨੇ ਇਸ ਦੇ ਆਸਰੇ ਹੀ ਤਲਵੰਡੀ ਵਸਾ ਦਿੱਤੀ। ਜਦ ਇਹਨਾਂ ਨੂੰ ਖਰਲਾ ਨੇ ਤੰਗ ਕੀਤਾ ਤੇ ਜ਼ੋਰ ਵਿੱਚ ਸਾਰਿਆਂ ਨਾਲੋਂ ਹੀਣੇ ਹੋ ਗਏ ਤਾਂ ਤਲਵੰਡੀ ਛੱਡ ਕੇ ਡੇਕ ਨਾਲੇ ਕੰਡੇ ਆਵਸੇ। ਤਲਵੰਡੀ ਉਜਾੜ ਹੀ ਰਹੀ, ਇੱਥੇ ਕੋਈ ਘਰ ਨਾ ਰਿਹਾ। ਅੰਤ ਨੂੰ ਕਮਰ ਸਿੰਘ ਚੀਮੇ ਵੇਲੇ ਉਹਦੇ 5 ਕੁ ਸਿੰਘ ਇੱਥੇ ਬੁਰਜ ਬਣਾ ਕੇ ਰਹਿਣ ਲੱਗੇ, ਜਿੱਥੇ ਅੱਜ ਕੱਲ੍ਹ ਬਾਲ ਲੀਲਾ ਹੈ। ਮਹਾਰਾਜਾ ਰਣਜੀਤ ਸਿੰਘ ਵੇਲੇ ਆਬਾਦੀ ਵੱਧ ਗਈ। ਬਾਲੇ ਵਾਲੀ ਜਨਮ ਸਾਖੀ ਦਾ ਪ੍ਰਚਾਰ ਹੋ ਗਿਆ। ਲੋਕਾਂ ਨੇ ਲਾਂਬ ਚਾਂਬ ਇੱਕ ਪੁਰਾਣਾ ਖੂਹ ਵੇਖਿਆ, ਬਸ ਉਸਦਾ ਨਾਮ ਹੀ ਬਾਲੇ ਵਾਲਾ ਖੂਹ ਪ੍ਰਸਿੱਧ ਕਰ ਦਿੱਤਾ। ਐਸੀ ਗੱਲ ਦਾ ਨਨਕਾਣੇ ਸਾਹਿਬ ਹੋ ਜਾਣਾ ਉੱਕਾ ਅਸ਼ਚਰਜ ਨਹੀਂ ਹੈ। ਜੇਕਰ ਆਪ ਇਸ ਗੁਰਦੁਆਰੇ ਦੀ ਤਾਰੀਖ ਨੂੰ ਪੜ੍ਹੋ ਤਾਂ ਆਪ ਅਸ਼ਚਰਜ ਰਹਿ ਜਾਵੋਗੇ ਕਿ ਕੀ ਕੁਝ ਅਨਰਥ ਇੱਥੇ ਹੁੰਦੇ ਰਹੇ ਹਨ। ਅਜੇ ਪਿਛਲੇ ਸਾਲ ਦੀ ਹੀ ਗੱਲ ਹੈ ਕਿ ਇੱਕ ਗੁਰਦੁਆਰਾ ਟਾਂਗੂ ਸਾਹਿਬ ਦੇ ਨਾਮ ਤੇ ਉੱਥੇ ਹੋਰ ਬਣ ਗਿਆ ਹੈ। ਇੱਕ ਤਸਵੀਰ ਵੀ ਬਣਵਾ ਲਈ, ਝੰਡਾ ਵੀ ਝੁਲਾ ਦਿੱਤਾ, ਵਣ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਵਾ ਦਿੱਤਾ, ਸਾਖੀ ਵੀ ਘੜ ਲਈ ਕਿ ਗੁਰੂ ਜੀ ਇਸ ਵਣ ਉੱਤੇ ਚੜ੍ਹ ਕੇ ਮਹੀਆਂ ਵੇਖਿਆ ਕਰਦੇ ਸਨ। ਪਰ ਅਸਲ ਗੱਲ ਕੀ ਹੈ? ਸੁੱਕੀ ਤੇ ਨਿਰੋਲ ਬਣਾਉਣ ਅਤੇ ਕਪੋਲ ਕਲਪਨਾ। ਇਹੋ ਹਾਲ ਬਾਲੇ ਦੇ ਖੂਹ ਦਾ ਹੈ। ਕਿਸੇ ਨੇ ਪੁਰਾਣਾ ਜਾਣ ਕੇ ਇਸ ਦਾ ਨਾਮ ਇਹੋ ਹੀ ਧਰ ਦਿੱਤਾ ਤੇ ਮਗਰਲਿਆਂ ਨੇ ਸਬੂਤ ਲੱਭ ਲਿਆ ਕਿ ਭਾਈ ਬਾਲੇ ਦੀ ਇਹੀ ਵੱਡੀ ਨਿਸ਼ਾਨੀ ਹੈ। ਗੁਰੂ ਨਾਨਕ ਦੇਵ ਜੀ ਦਾ ਸਾਥੀ ਬਾਲਾ ਨਹੀਂ ਸੀ। ਖੂਹ ਦਾ ਵੀ ਫੈਸਲਾ ਹੋਇਆ। ਹੁਣ ਅਸੀਂ ਖਾਸ ਬਾਲੇ ਵੱਲ ਹੀ ਆਉਂਦੇ ਹਾਂ। ਦੇਖਣਾ ਇਹ ਹੈ ਕਿ ਆਇਆ ਗੁਰੂ ਜੀ ਦੇ ਵੇਲੇ ਆਪ ਦਾ ਸਾਥੀ ਕੋਈ ਬਾਲਾ ਨਾਮ ਦਾ ਸਿੱਖ ਹੋਇਆ ਵੀ ਹੈ ਕਿ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਬਾਲੇ ਦੀ ਔਲਾਦ ਕਿਤੇ ਨਹੀਂ ਮਿਲਦੀ। ਜਦ ਅਸੀਂ ਦੇਖਦੇ ਹਾਂ ਕਿ ਭਾਈ ਮਰਦਾਨਾ ਸਤਿਗੁਰੂ ਦੇ ਦੇਸ਼ ਰਟਨ ਵਿੱਚ ਆਪਣੇ ਪਰਿਵਾਰ ਤੇ ਬਾਲ ਬੱਚੇ ਲਈ ਥੋੜੇ ਚਿਰ ਪਿੱਛੋਂ ਉਧਰ ਜਾਂਦਾ ਤੇ ਆਪਣੇ ਸੰਬੰਧੀਆਂ ਨੂੰ ਮਿਲਣ ਲਈ ਸਤਿਗੁਰੂ ਜੀ ਪਾਸੋਂ ਇਤਨੀ ਵਾਰ ਛੁੱਟੀਆਂ ਲੈਂਦਾ ਹੈ, ਤਾਂ ਕੀ ਭਾਈ ਬਾਲੇ ਦਾ ਜੀ ਆਪਣੇ ਬਾਲ ਬੱਚੇ ਲਈ ਇੱਕ ਵਾਰ ਵੀ ਨਾ ਭਟਕਿਆ? ਇਸ ਤੋਂ ਸਾਫ਼ ਸਿੱਧ ਹੈ ਕਿ ਭਾਈ ਬਾਲੇ ਦਾ ਟੱਬਰ ਉੱਬਰ ਕੋਈ ਨਹੀਂ ਸੀ। ਤਾਂ ਕਿ ਇਸ ਦਾ ਭਾਵ ਇਹ ਹੈ ਕਿ ਇੱਕ ਐਡੇ ਧਨਾੜ ਜੱਟ ਦਾ ਪੁੱਤਰ ਸਾਰੀ ਉਮਰ ਕੁਵਾਰਾ ਹੀ ਰਿਹਾ। ਇਹ ਵੀ ਉਸ ਸਮੇਂ ਅਨੁਸਾਰ ਇੱਕ ਅਣਹੋਣੀ ਗੱਲ ਹੈ। ਇਸ ਲਈ ਮੰਨਣਾ ਪਵੇਗਾ ਕਿ ਬਾਲਾ ਕੋਈ ਪੁਰਸ਼ ਨਹੀਂ ਹੋਇਆ, ਇਹ ਨਾਮ ਕਲਪਤ ਹੀ ਹੈ। ਭਾਈ ਗੁਰਦਾਸ ਜੀ ਦੀ ਗਵਾਹੀ। ਇਹ ਕਿਹਾ ਜਾ ਸਕਦਾ ਹੈ ਕਿ ਭਾਈ ਬਾਲੇ ਦੇ ਔਲਾਦ ਨਾ ਹੋਈ ਹੋਵੇ। ਮੰਨ ਲਵੋ ਕਿ ਐਸਾ ਹੀ ਸਹੀ, ਪਰ ਇਸ ਗੱਲੋਂ ਤਾਂ ਕੋਈ ਨਾ ਨਹੀਂ ਹੋ ਸਕਦੀ ਕਿ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਭਾਈ ਬਾਲੇ ਦਾ ਨਾਮ ਜ਼ਰੂਰ ਆਉਣਾ ਚਾਹੀਦਾ ਸੀ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਸ੍ਰੀ ਗੁਰੂ ਨਾਨਕ ਜੀ ਦੀ ਸੰਖੇਪ ਜਨਮ ਸਾਖੀ ਲਿਖੀ ਹੈ ਅਤੇ 11ਵੀਂ ਵਾਰ ਵਿੱਚ ਵੱਡੇ ਸਿੱਖਾਂ ਦੇ ਨਾਮ। ਇਹਨਾਂ ਦੋਹਾਂ ਵਿੱਚ ਭਾਈ ਬਾਲੇ ਦਾ ਨਾਮ ਆਉਣਾ ਜ਼ਰੂਰੀ ਹੈ। ਇਹ ਵੱਡੀ ਹੀ ਹੈਰਾਨੀ ਦੀ ਗੱਲ ਹੋਵੇਗੀ ਜੇਕਰ ਭਾਈ ਗੁਰਦਾਸ ਜੀ ਅਜਿਹੇ ਪੱਕੇ ਸਤਿਗੁਰੂ ਜੀ ਦੇ ਸਾਥੀ ਦਾ ਨਾਮ ਹੀ ਛੱਡ ਜਾਣ ਅਤੇ ਹੋਰ ਸਿੱਖਾਂ ਦੇ ਨਾਮ ਦਰਜ ਕਰ ਦੇਣ। ਇੱਥੇ ਅਸੀਂ ਦੋਹਾਂ ਵਾਰਾਂ ਨੂੰ ਵੇਖਦੇ ਹਾਂ। ਪਹਿਲੀ ਵਾਰ ਵਿੱਚ ਆਉਂਦਾ ਹੈ, ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੀਜੇ ਦਾ ਨਾਮ ਕਿਧਰੇ ਵੀ ਹੈ ਨਹੀਂ। ਜੇਕਰ ਸੱਚਮੁੱਚ ਕੋਈ ਤੀਜਾ ਸਾਥੀ ਗੁਰੂ ਜੀ ਦਾ ਹੁੰਦਾ ਤਦ ਕੀ ਭਾਈ ਗੁਰਦਾਸ ਜੀ ਨਾ ਲਿਖਦੇ? ਹੈਰਾਨੀ ਹੈ ਕਿ ਮਰਦਾਨੇ ਦਾ ਨਾਮ ਤਾਂ ਭਾਈ ਸਾਹਿਬ ਨੇ ਲਿਖ ਦਿੱਤਾ ਤੇ ਭਾਈ ਬਾਲੇ ਦਾ ਕਿਉਂ ਨਾ ਲਿਖਿਆ। ਪਾਠਕ ਜੀ, ਇਹੋ ਮੰਨਣਾ ਪਊ ਕਿ ਕੋਈ ਭਾਈ ਬਾਲਾ ਗੁਰੂ ਜੀ ਦੇ ਨਾਲ ਨਹੀਂ ਸੀ। 11ਵੀਂ ਵਾਰ ਵਿੱਚ ਭਾਈ ਸਾਹਿਬ ਜੀ ਨੇ ਸਿੱਖਾਂ ਦੀ ਇਹ ਫਹਿਰਿਸਤ ਦਿੱਤੀ ਹੈ। ਤਾਰੂ ਪੋਪਟ ਤਾਰਿਆ, ਗੁਰਮੁਖ ਬਾਲ ਸੁਭਾਏ ਉਦਾਸੀ। ਮੂਲਾ ਕੀੜ ਵਖਾਣੀਐ, ਚਲਤ ਅਚਰਜ ਲੁਬਤ ਗੁਰਦਾਸੀ। ਪਿਰਥਾ ਖੇਡਾਂ ਸੋਇਰੀ, ਚਰਨ ਸਰਣ ਸੁਖ ਸਹਿਜ ਨਿਵਾਸੀ। ਭਲਾ ਰਬਾਬ ਵਜਾਇੰਦਾ, ਮਜਲਸ ਮਰਦਾਨਾ ਮਿਰਾਸੀ। ਪਿਰਥੀ ਮਲ ਸਹਿਗਲ, ਭਲਾ ਰਾਮਾ, ਡਿੱਡੀ ਭਗਤ ਅਭਿਆਸੀ। ਦੌਲਤ ਖਾਂ ਲੋਧੀ, ਭਲਾ ਹੋਆ, ਜਿੰਦ ਪੀਰ ਅਬਨਾਸੀ। ਮਾਲੋ ਮੰਗਾ ਸਿੱਖ ਦੁਏ, ਗੁਰਬਾਣੀ ਰਸ ਰਸਿਕ ਬਲਾਸੀ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਗੁਰਮਤਿ ਭਾਉ ਭਗਤ ਪ੍ਰਗਾਸੀ। ਤੇਰਾ ਭਗਰ ਜੋ ਭਗਤਾ, ਉਹਰੀ ਜਾਪੂ ਵੰਸੀ ਸੇਵ ਕਮਾਵੈ।
ਸੀਹਾਂ ਉੱਪਲ ਜਾਣੀਐ, ਗਜਨ ਉੱਪਲ ਸਤਿਗੁਰ ਭਾਵੈ। ਮੈਲ ਸੀਆਂ ਵਿੱਚ ਆਖੀਏ, ਭਾਗਿਰਥ ਕਾਲੀ ਗੁਣ ਗਾਵੈ। ਜਿੱਤਾ ਰੰਧਾਵਾ ਭੱਲਾ, ਬੂੜਾ ਬੁੱਢਾ ਇੱਕ ਮਨ ਧਿਆਵੈ। ਪਾਠਕ ਜੀ, ਇਹ ਹਨ ਨਾਮ ਗੁਰੂ ਜੀ ਦੇ ਸਿੱਖਾਂ ਦੇ। ਅਚਰਜ ਹੈ ਕਿ ਮਰਦਾਨੇ ਦਾ ਨਾਮ ਤਾਂ ਆ ਗਿਆ, ਪਰ ਭਾਈ ਬਾਲੇ ਦਾ ਨਾਮ ਨਹੀਂ ਆਇਆ। ਦੌਲਤ ਖਾਂ ਲੋਧੀ ਵੀ ਆ ਗਿਆ, ਜਿਸ ਦੇ ਗੁਰੂ ਜੀ ਮੋਦੀ ਰਹੇ ਸਨ। ਬਾਬੇ ਬੁੱਢੇ ਦਾ ਨਾਮ ਵੀ ਗਿਆ, ਜੋ ਗੁਰੂ ਜੀ ਦੇ ਪਿਛਲੇ ਸਮੇਂ ਸਿੱਖ ਹੋਇਆ ਸੀ, ਪਰ ਸ਼ੌਕ ਭਾਈ ਬਾਲੇ ਦਾ ਨਾਮ ਨਹੀਂ ਆਇਆ। ਪਾਠਕ ਜੀ, ਸਾਫ਼ ਸਿੱਧ ਹੈ ਕਿ ਭਾਈ ਬਾਲਾ ਇੱਕ ਕਲਪਤ ਨਾਮ ਹੈ, ਅਸਲ ਇਸ ਦੀ ਕੁਝ ਵੀ ਨਹੀਂ। ਪੁਰਾਣੀਆਂ ਜਨਮ ਸਾਖੀਆਂ ਦੀ ਗਵਾਹੀ। ਇਸ ਤੋਂ ਅੱਗੇ ਚੱਲ ਕੇ 6ਵੀਂ ਪਾਤਸ਼ਾਹੀ ਜੀ ਦੇ ਵੇਲੇ ਇੱਕ ਹੋਰ ਜਨਮ ਸਾਖੀ ਲਿਖੀ ਗਈ ਸੀ, ਜਿਸ ਨੂੰ ਮੈਂ ਪੁਰਾਣੀ ਜਨਮ ਸਾਖੀ ਕਹਾਂਗਾ। ਇਹ ਕਿਸ ਨੇ ਲਿਖੀ, ਇਸ ਦਾ ਕੁਝ ਪਤਾ ਨਹੀਂ, ਪਰ ਇਤਨਾ ਪਤਾ ਲੱਗਦਾ ਹੈ ਕਿ 1691 ਬਿਕਰਮੀ ਨੂੰ ਗੁਰੂ ਹਰਗੋਬਿੰਦ ਜੀ ਦੇ ਵੇਲੇ ਲਿਖੀ ਸੀ। ਇਸ ਦੇ ਉਤਾਰੇ ਸਨ 1727 ਬਿਕਰਮੀ, ਸਨ 1787 ਬਿਕਰਮੀ ਤੇ ਸਨ 1791 ਬਿਕਰਮੀ ਦੇ ਅੱਡ-ਅੱਡ ਥਾਈਂ ਮਿਲੇ ਹਨ। ਜੇਕਰ ਸਿੰਧ ਦੇਸ਼ ਵਿੱਚੋਂ ਕੋਈ ਪੁਰਾਣੀ ਜਨਮ ਸਾਖੀ ਮਿਲੀ ਹੈ ਤਾਂ ਕੇਵਲ ਇਹੋ ਹੀ, ਜੇਕਰ ਲੰਮੇ ਵਿੱਚੋਂ ਤਾਂ ਇਹੋ ਹੀ, ਤੇ ਬੰਗਾਲ ਅਤੇ ਦੱਖਣ ਦੀ ਸਿੱਖੀ ਵਿੱਚ ਵੀ ਇਹੋ ਹੀ ਜਨਮ ਸਾਖੀ ਪਾਈ ਗਈ ਹੈ। ਪੰਜਾਬ ਦੀ ਸਿੱਖੀ ਵਿੱਚ ਪੁਰਾਣੀ ਜਨਮ ਸਾਖੀ ਇਹੋ ਹੀ ਹੈ। ਇਸ ਲਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਉੱਤਰ ਕੇ ਮੈਂ ਇਸ ਪੁਰਾਣੀ ਜਨਮ ਸਾਖੀ ਨੂੰ ਹੀ ਪ੍ਰਮਾਣਿਕ ਮੰਨਦਾ ਹਾਂ। ਪਰ ਆਪ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਸਾਰੀ ਸਾਖੀ ਵਿੱਚ ਭਾਈ ਬਾਲੇ ਦਾ ਨਾਂ ਤੱਕ ਵੀ ਨਹੀਂ ਹੈ। ਜੋ ਊਟ ਪਟਾਂਗ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹੈ, ਉਹ ਇਸ ਵਿੱਚ ਰਤਾ ਵੀ ਨਹੀਂ। ਸਧਾਰਨ ਤਰੀਕੇ ਨਾਲ ਦੱਸਿਆ ਹੋਇਆ ਹੈ ਕਿ ਗੁਰੂ ਜੀ ਫਲਾਣੇ ਥਾਂ ਤੋਂ ਫਲਾਣੇ ਥਾਂ ਗਏ। ਉਡਾਰੀਆਂ ਤੇ ਪਰਬਤਾਂ ਦੇ ਸਮਾਚਾਰਾਂ ਦਾ ਕਿਤੇ ਨਾਂ ਵੀ ਨਹੀਂ। ਪਰ ਇਹ ਵੇਖ ਕੇ ਅਚਰਜਤਾ ਸਿਰ ਉੱਤੇ ਸਵਾਰ ਹੋ ਜਾਂਦੀ ਹੈ ਕਿ ਇਸ ਜਨਮ ਸਾਖੀ ਵਿੱਚ ਭਾਈ ਮਰਦਾਨੇ ਦਾ ਨਾਮ ਤਾਂ ਥਾਂ-ਥਾਂ ਆਉਂਦਾ ਹੈ, ਪਰ ਭਾਈ ਬਾਲੇ ਦਾ ਨਾਮ ਸਾਰੀ ਜਨਮ ਸਾਖੀ ਵਿੱਚ ਇੱਕ ਵਾਰ ਵੀ ਨਹੀਂ ਆਉਂਦਾ। ਤਸਵੀਰਾਂ ਉੱਤੇ ਭਾਈ ਬਾਲਾ ਹੈ ਨਹੀਂ। 6ਵੀਂ ਪਾਤਸ਼ਾਹੀ ਜੀ ਦੇ ਮਗਰੋਂ ਦੀ ਸਾਡੇ ਪਾਸ ਕੋਈ ਜਨਮ ਸਾਖੀ ਨਹੀਂ ਹੈ, ਬਿਨਾਂ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਦੇ। ਪਰ ਇਸ ਜਨਮ ਸਾਖੀ ਤੋਂ ਪਹਿਲਾਂ ਦੀ ਬਣੀ ਹੋਈ ਇੱਕ ਇਮਾਰਤ ਨੱਕੇ ਦੇਸ਼ ਵਿੱਚ ਹੈ, ਜਿਸ ਉੱਤੇ 10 ਪਾਤਸ਼ਾਹੀਆਂ ਜੀ ਦੀਆਂ ਤਸਵੀਰਾਂ ਹਨ। ਇਹ ਇਮਾਰਤ ਵੀ ਸਾਡੀ ਖੋਜ ਵਿੱਚ ਸਾਨੂੰ ਬਹੁਤ ਕੁਝ ਮਦਦ ਦਿੰਦੀ ਹੈ। ਨੱਕੇ ਵਿੱਚ ਮਾਣਕ ਨਾਮ ਦਾ ਇੱਕ ਪਿੰਡ ਸੀ, ਜਿੱਥੇ ਇੱਕ ਮਹਾਤਮਾ ਪ੍ਰਿਥੀ ਚੰਦ ਦਾ ਡੇਰਾ ਹੈ। ਆਪ ਭਾਈ ਫੇਰੂ ਸੱਚੀ ਦਾੜੀ ਜੀ ਦੇ ਸਿੱਖ ਸਨ ਅਤੇ ਆਪ ਦੇ ਇੱਕ ਦੌਰੇ ਵਿੱਚ ਲਖਪਤ, ਜਸਪਤ ਦੋਵੇਂ ਭਰਾ ਆਪ ਦੇ ਸਿੱਖ ਹੋ ਗਏ ਸਨ। ਜਦ ਕਦੀ ਆਪ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਬੱਬਰੀ ਉੱਤੇ ਲਿਖ ਕੇ ਲਾਹੌਰ ਲਖਪਤ ਪਾਸ ਘੱਲ ਦਿੰਦੇ। ਉਹ ਉਸ ਵੇਲੇ ਚੀਜ਼ ਘਲਵਾ ਦਿੰਦਾ, ਐਸੀ ਉਸ ਨੂੰ ਸ਼ਰਧਾ ਸੀ। ਜਦ ਆਪ ਚੜੇ ਤਾਂ ਲਖਪਤ ਨੇ ਆਪ ਦੀ ਸਮਾਧ ਬਣਵਾ ਕੇ ਉਸ ਦੇ ਗਿਰਦ ਇੱਕ ਬੜਾ ਸੁੰਦਰ ਮਕਾਨ ਬਣਵਾਇਆ। ਇਸ ਮਕਾਨ ਦੇ ਅੰਦਰ ਵੜਨ ਵਾਲੇ ਦਰਵਾਜ਼ੇ ਉੱਤੇ ਸ੍ਰੀ ਗੁਰੂ ਨਾਨਕ ਦੀ ਤਸਵੀਰ ਹੈ, ਪਰ ਨਾਲ ਕੇਵਲ ਮਰਦਾਨਾ ਹੈ, ਭਾਈ ਬਾਲੇ ਦਾ ਨਾਮ ਤੱਕ ਵੀ ਨਹੀਂ। ਇਸੇ ਤਰ੍ਹਾਂ ਹੀ ਦੋਹਾਂ ਨੁੱਕਰਾਂ ਉੱਤੇ 10 ਪਾਤਸ਼ਾਹੀਆਂ ਦੀਆਂ ਤਸਵੀਰਾਂ ਹਨ, ਪਰ ਬਾਲੇ ਦਾ ਚਿੰਨ੍ਹ ਇਹਨਾਂ ਵਿੱਚ ਵੀ ਨਹੀਂ। ਪਟਿਆਲੇ ਦੇ ਇਲਾਕੇ ਵਿੱਚ ਚੀਮੇ ਪਿੰਡ ਵੀ ਇੱਕ ਬਹੁਤ ਪੁਰਾਣੀ ਤਸਵੀਰ ਵਿੱਚ ਭਾਈ ਬਾਲੇ ਦਾ ਕੋਈ ਚਿੰਨ੍ਹ ਨਹੀਂ, ਹਾਲਾਂਕਿ ਮਰਦਾਨਾ ਰਬਾਬ ਵਜਾ ਰਿਹਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕੀ ਖਾਲੇ ਦਾ ਨਾਮ ਵੀ ਨਹੀਂ ਜਾਣਦੇ ਸਨ। ਇਸ ਤੋਂ ਮਗਰੋਂ ਜੋ ਮਕਾਨ ਬਣੇ ਹਨ, ਉਹ ਸਾਰਿਆਂ ਉੱਤੇ ਗੁਰੂ ਜੀ ਨਾਲ ਭਾਈ ਬਾਲਾ ਮੌਜੂਦ ਹੈ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਭਾਈ ਬਾਲਾ ਗੁਰੂ ਜੀ ਦਾ ਸਾਥੀ ਨਹੀਂ ਸੀ, ਇਹ ਨਾਮ ਕੇਵਲ ਕਲਪਤ ਹੀ ਹੈ। ਭਾਈ ਬਾਲੇ ਦੀ ਦਾੜੀ ਕਾਲੀ ਕਿਉਂ? ਆਓ ਪਾਠਕ ਜੀ, ਇੱਕ ਹੋਰ ਪਹਿਲੂ ਵੱਲੋਂ ਅਸੀਂ ਇਸ ਸਵਾਲ ਨੂੰ ਵੇਖੀਏ। ਆਪ ਨੇ ਗੁਰੂ ਜੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਹੋਣਗੀਆਂ, ਇੱਕ ਵਾਰੀ ਫੇਰ ਵੇਖ ਲਵੋ ਤਾਂ ਜੋ ਆਪ ਨੂੰ ਹੇਠ ਲਿਖੀ ਗੱਲ ਦਾ ਚੰਗੀ ਤਰ੍ਹਾਂ ਨਿਸ਼ਚਾ ਹੋ ਜਾਵੇ। ਹਰ ਇੱਕ ਤਸਵੀਰ ਵਿੱਚ ਆਪ ਇਹੋ ਹੀ ਵੇਖਦੇ ਹੋ ਕਿ ਇੱਕ ਰੁੱਖ ਹੇਠ ਗੁਰੂ ਜੀ ਬਿਰਾਜਮਾਨ ਹਨ, ਸਾਹਮਣੇ ਮਰਦਾਨਾ ਰਬਾਬ ਵਜਾ ਰਿਹਾ ਹੈ ਅਤੇ ਪਾਸ ਹੀ ਗੁਰੂ ਜੀ ਉੱਤੇ ਬਾਲਾ ਚੌਰ ਕਰ ਰਿਹਾ ਹੈ। ਗੁਰੂ ਜੀ ਦਾ ਦਾੜਾ ਸਾਰਾ ਸਫੇਦ ਹੈ, ਕਿਤੇ ਕਿਤੇ ਕੋਈ ਕਾਲਾ ਰੋਮ ਹੈ। ਭਾਈ ਮਰਦਾਨੇ ਦੀ ਦਾੜੀ ਕਰੜ ਬਰੜੀ ਹੈ, ਪਰ ਧੌਲੇ ਕਾਲਿਆਂ ਨਾਲੋਂ ਵਧੇਰੇ ਹਨ, ਪਰ ਭਾਈ ਬਾਲੇ ਦੀ ਦਾੜੀ ਸਾਰੀ ਹੀ ਕਾਲੀ ਹੈ। ਹੈਰਾਨੀ ਹੈ ਕਿ ਆਪ ਗੁਰੂ ਜੀ ਨਾਲੋਂ ਕੇਵਲ 3 ਵਰ੍ਹੇ ਹੀ ਛੋਟੇ ਸਨ। 3 ਬਰਸਾਂ ਦਾ ਇਤਨਾ ਫਰਕ ਪੈ ਗਿਆ ਕਿ ਇੱਕ ਬੰਨੇ ਤਾਂ ਹੰਸ ਵਰਗਾ ਦਾੜਾ ਅਤੇ ਦੂਜੇ ਬੰਨੇ ਭੌਰੇ ਵਰਗਾ ਕਾਲਾ। ਸਾਫ਼ ਸਿੱਧ ਹੈ ਕਿ ਇਹ ਮਗਰੋਂ ਦੀ ਬਨਾਵਟ ਹੈ, ਨਹੀਂ ਤਾਂ ਐਸੀ ਭੁੱਲ ਕਦੀ ਨਾ ਹੁੰਦੀ।
ਜਦ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਪ੍ਰਚਾਰ ਹੋਇਆ ਤਾਂ ਕਿਸੇ ਨੇ ਤਸਵੀਰ ਵੀ ਬਣਾ ਦਿੱਤੀ, ਪਰ ਇਸ ਗੱਲ ਦਾ ਖਿਆਲ ਨਾ ਰੱਖਿਆ ਕਿ ਉਮਰ ਵਿੱਚ ਫਰਕ ਕੇਵਲ 3 ਵਰ੍ਹਿਆਂ ਦਾ ਹੀ ਹੈ, ਇਸ ਲਈ ਦਾੜੀ ਵਿੱਚ ਵੀ ਬਹੁਤਾ ਨਹੀਂ ਚਾਹੀਦਾ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਾਈ। ਉਤਲੀਆਂ ਗੱਲਾਂ ਨੇ ਸਿੱਧ ਕਰ ਦਿੱਤਾ ਹੋਵੇਗਾ ਕਿ ਭਾਈ ਬਾਲਾ ਕਲਪਤ ਹੀ ਹੈ, ਅਸਲ ਵਿੱਚ ਕੋਈ ਨਹੀਂ ਹੋਇਆ। ਹੁਣ ਅਸੀਂ ਭਾਈ ਬਾਲੇ ਨੂੰ ਛੱਡ ਕੇ ਇਸ ਜਨਮ ਸਾਖੀ ਦੇ ਇੱਕ ਹੋਰ ਪਹਿਲੂ ਨੂੰ ਫੜਦੇ ਹਾਂ। ਜਨਮ ਸਾਖੀ ਵਿੱਚ ਲਿਖਿਆ ਹੈ, ਇੱਕ ਦਿਨ ਗੁਰੂ ਅੰਗਦ ਦੇ ਜੀ ਉਪਜੀ, ਜੋ ਮੇਰਾ ਗੁਰੂ ਨਾਨਕ ਪੂਰਾ ਆਹਾ, ਉਸ ਅਤੇ ਪਰਮੇਸ਼ਰ ਵਿੱਚ ਭੇਦ ਕਿਛ ਨਾ ਆਹਾ, ਦੇਖਾਂ ਮੇਰੇ ਗੁਰੂ ਜਨਮ ਕਿਸ ਰਉਸ ਲੀਤਾ ਆਹਾ, ਇਹੋ ਚਿਤਵਨੀ ਹੋਏ ਰਹੀ। ਬਾਲਾ ਆ ਕੇ ਮਿਲਦਾ ਹੈ ਅਤੇ ਗੁਰੂ ਜੀ ਦੇ ਹੁਕਮ ਨਾਲ ਪੈੜਾ ਮੌਖਾ ਜਨਮ ਸਾਖੀ ਲਿਖਦਾ ਹੈ। ਦੇਖਣਾ ਅਸਾਂ ਇਹ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਲਿਖਵਾਈ ਵੀ ਹੈ ਜਾਂ ਨਹੀਂ। ਜੇ ਇਹ ਸਿੱਧ ਹੋ ਗਿਆ ਕਿ ਗੁਰੂ ਅੰਗਦ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ, ਤਦ ਸਾਨੂੰ ਮੰਨਣਾ ਹੀ ਪਊ ਕਿ ਇਹ ਜਨਮ ਸਾਖੀ ਸਾਰੀ ਦੀ ਸਾਰੀ ਹੀ ਬਣਾਉਟੀ ਹੈ, ਇਸ ਲਈ ਇਸ ਉੱਤੇ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਆਮ ਪ੍ਰਸਿੱਧ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਗੁਰੂ ਅੰਗਦ ਜੀ ਵੈਰਾਗਵਾਨ ਹੋ ਗਏ ਅਤੇ ਗੁਰੂ ਜੀ ਦੇ ਜੀਵਨ ਚਰਿੱਤਰ ਸੁਣਨ ਦੀ ਬਹੁਤ ਖਾਹਿਸ਼ ਪ੍ਰਗਟ ਕੀਤੀ। ਜਦ ਭਾਈ ਬਾਲਾ ਗੁਰੂ ਜੀ ਨੂੰ ਮਿਲਿਆ ਤਦ ਗੁਰੂ ਜੀ ਨੇ ਉਸ ਪਾਸੋਂ ਸਾਖੀਆਂ ਸੁਣਨੀਆਂ ਆਰੰਭ ਕੀਤੀਆਂ ਅਤੇ ਹੁਕਮ ਮੂਜਬ ਪੈੜਾ ਮੌਖਾ ਲਿਖੀ ਗਈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਸ਼ੌਕ ਗੁਰੂ ਜੀ ਨੂੰ ਗੁਰੂ ਨਾਨਕ ਜੀ ਦੇ ਜੀਵਨ ਚਰਿੱਤਰ ਸੁਣਨ ਦਾ ਸੀ, ਉਹ ਹੀ ਪਿਛਲੀਆਂ ਪਾਤਸ਼ਾਹੀਆਂ ਨੂੰ ਹੋਣਾ ਚਾਹੀਦਾ ਹੈ। ਅਰਥਾਤ ਜਿਸ ਤਰ੍ਹਾਂ ਗੁਰੂ ਅੰਗਦ ਜੀ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਵੈਰਾਗਵਾਨ ਹੋ ਗਏ ਸਨ, ਇਸੇ ਤਰ੍ਹਾਂ ਤੀਜੀ ਪਾਤਸ਼ਾਹੀ ਜੀ ਦੂਜੀ ਪਾਤਸ਼ਾਹੀ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਵੈਰਾਗਵਾਨ ਹੋਏ ਹੋਣਗੇ ਅਤੇ ਜੋ ਤਰੀਕਾ ਗੁਰੂ ਅੰਗਦ ਜੀ ਨੇ ਆਪਣੀ ਉਦਾਸੀ ਹਟਾਉਣ ਦਾ ਵਰਤਿਆ ਸੀ, ਉਹ ਹੀ ਤੀਜੀ ਪਾਤਸ਼ਾਹੀ ਜੀ ਨੇ ਵਰਤਿਆ ਹੋਵੇਗਾ। ਅਤੇ ਜਿਸ ਬੇਹੱਦ ਸ਼ੌਕ ਨਾਲ ਦੂਜੀ ਪਾਤਸ਼ਾਹੀ ਜੀ ਨੇ ਪਹਿਲੀ ਪਾਤਸ਼ਾਹੀ ਜੀ ਦੀ ਜਨਮ ਸਾਖੀ ਲਿਖਵਾਈ ਸੀ, ਉਸੇ ਹੀ ਸ਼ੌਕ ਨਾਲ ਗੁਰੂ ਅਮਰਦਾਸ ਜੀ ਨੂੰ ਲਿਖਵਾਉਣੀ ਚਾਹੀਦੀ ਸੀ। ਜਿਤਨਾ ਪਿਆਰ ਗੁਰੂ ਅੰਗਦ ਦੇਵ ਜੀ ਨੂੰ ਆਦਿ ਸਤਿਗੁਰ ਜੀ ਨਾਲ ਸੀ, ਉਤਨਾ ਹੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਨਾਲ ਹੋਵੇਗਾ। ਅਤੇ ਜਦ ਕਿ ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਗੁਰੂ ਅੰਗਦ ਦੇਵ ਜੀ ਨੇ ਇਤਿਹਾਸ ਦਾ ਮੁੱਢ ਬੱਧਾ ਹੈ, ਤਦ ਆਪ ਦਾ ਕਿਉਂ ਨਾ ਦਿਲ ਕੀਤਾ ਹੋਵੇਗਾ ਕਿ ਅਸੀਂ ਵੀ ਗੁਰੂ ਅੰਗਦ ਦੇਵ ਜੀ ਦੀ ਜਨਮ ਸਾਖੀ ਲਿਖਵਾ ਛੱਡੀਏ। ਜਿਸ ਗੱਲ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਜਨਮ ਸਾਖੀ ਸੁਣਨ ਵਾਸਤੇ ਮਜਬੂਰ ਕੀਤਾ, ਉਸੇ ਨੇ ਤੀਜੀ ਪਾਤਸ਼ਾਹੀ ਜੀ ਨੂੰ ਵੀ ਵੈਸਾ ਹੀ ਮਜਬੂਰ ਕੀਤਾ ਹੋਵੇਗਾ। ਪਰ ਚੂੰਕਿ ਪਿਛਲੀਆਂ ਪਾਤਸ਼ਾਹੀਆਂ ਨੇ ਕੋਈ ਜਨਮ ਸਾਖੀ ਨਹੀਂ ਲਿਖਾਈ, ਇਸ ਤੋਂ ਮਾਲੂਮ ਹੁੰਦਾ ਹੈ ਕਿ ਦੂਜੀ ਪਾਤਸ਼ਾਹੀ ਜੀ ਨੇ ਵੀ ਕੋਈ ਜਨਮ ਸਾਖੀ ਨਹੀਂ ਲਿਖਵਾਈ ਸੀ। ਵਾਰ ਭਾਈ ਗੁਰਦਾਸ ਜੀ ਤੋਂ ਪ੍ਰਮਾਣ ਹੋਰ ਲਓ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਲਿਖੀ ਸੀ, ਕੇਵਲ ਗੁਰੂ ਨਾਨਕ ਜੀ ਦੀ ਸੰਖੇਪ ਜਨਮ ਸਾਖੀ ਲਿਖਣ ਵਾਸਤੇ ਹੀ ਲਿਖੀ, ਨਹੀਂ ਤੇ ਹੋਰ ਕੋਈ ਪ੍ਰਯੋਜਨ ਨਹੀਂ ਸੀ। ਸੰਖੇਪ ਜਨਮ ਸਾਖੀ ਲਿਖਣ ਦਾ ਕੇਵਲ ਇਹ ਪ੍ਰਯੋਜਨ ਸੀ ਕਿ ਕੋਈ ਹੋਰ ਆਦਮੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਵਿੱਚ ਅਯੋਗ ਗੱਲਾਂ ਨਾ ਪਾ ਦੇਵੇ। ਹੁਣ ਸੋਚਣ ਦੀ ਗੱਲ ਹੈ ਕਿ ਜੇਕਰ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਲਿਖਵਾਈ ਹੁੰਦੀ, ਤਦ ਭਾਈ ਗੁਰਦਾਸ ਜੀ ਨੂੰ ਇਸ ਵਾਰ ਦੇ ਲਿਖਣ ਦੀ ਕਦੇ ਵੀ ਲੋੜ ਨਾ ਪੈਂਦੀ ਤੇ ਕੇਵਲ ਇਤਨਾ ਹੀ ਆਪ ਨੂੰ ਕਰਨਾ ਪੈਂਦਾ ਕਿ ਜਿਸ ਨਾਲ ਗੁਰੂ ਅੰਗਦ ਸਾਹਿਬ ਜੀ ਦੀ ਲਿਖਵਾਈ ਹੋਈ ਜਨਮ ਸਾਖੀ ਮਹਿਫੂਜ਼ ਰਹਿ ਸਕੇ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ। ਭਾਈ ਮਨੀ ਸਿੰਘ ਜੀ ਦੇ ਟੀਕਾ ਤੋਂ ਪ੍ਰਮਾਣ। ਭਾਈ ਮਨੀ ਸਿੰਘ ਜੀ ਨੇ ਜੋ ਭਾਈ ਗੁਰਦਾਸ ਜੀ ਦੀ ਵਾਰ ਟੀਕਾ ਕਰਕੇ ਜਨਮ ਸਾਖੀ ਪੂਰੀ ਕੀਤੀ ਹੈ, ਉਹ ਕਦੇ ਵੀ ਨਾ ਕੀਤਾ ਜਾਂਦਾ ਜੇਕਰ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਲਿਖਵਾਈ ਹੁੰਦੀ, ਕਿਉਂਕਿ ਜੇਕਰ ਐਸਾ ਹੁੰਦਾ ਤਦ ਉਸ ਜਨਮ ਸਾਖੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਜ਼ਰੂਰ ਹੁੰਦੀ ਅਤੇ ਆਪ ਪਾਸੋਂ ਭਾਈ ਮਨੀ ਸਿੰਘ ਜੀ ਨੇ ਜ਼ਰੂਰ ਹੀ ਵੇਖੀ ਹੁੰਦੀ। ਐਸੀ ਹਾਲਤ ਵਿੱਚ ਇੱਕ ਨਵੀਂ ਜਨਮ ਸਾਖੀ ਲਿਖਣ ਨਾਲੋਂ ਭਾਈ ਮਨੀ ਸਿੰਘ ਜੀ ਗੁਰੂ ਅੰਗਦ ਵਾਲੀ ਜਨਮ ਸਾਖੀ ਦਾ ਹੀ ਉਤਾਰਾ ਕਰ ਛੱਡਦੇ। ਪਰ ਚੂੰਕਿ ਐਸਾ ਨਹੀਂ ਹੋਇਆ, ਇਸ ਵਾਸਤੇ ਕਹਿਆ ਜਾ ਸਕਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ। ਇੱਕ ਹੋਰ ਸਬੂਤ, ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਕੇ ਭਾਈ ਬੰਨੋ ਜੀ ਦੇ ਸਪੁਰਦ ਕੀਤੀ ਕਿ ਲਾਹੌਰ ਜਾ ਕੇ ਜਿਲਦ ਕਰਵਾ ਲਿਆਉਣ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਨਾ ਵੱਡਾ ਆਕਾਰ ਸੀ, ਤਾਂ ਵੀ ਭਾਈ ਜੀ ਨੇ ਹਿੰਮਤ ਕਰਕੇ ਲਾਹੌਰ ਅਪੜਿਆ ਹੀ ਇੱਕ ਹੋਰ ਉਤਾਰਾ ਕਰਵਾ ਲਿਆ ਅਤੇ ਇਸ ਤੋਂ ਮਗਰੋਂ ਦੇ ਵੀ ਕਈ ਉਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰ ਪਿੰਡਾਂ ਵਿੱਚ ਮਿਲਦੇ ਹਨ। ਪਰ ਹੈਰਾਨੀ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਲਿਖਵਾਈ ਹੋਈ ਜਨਮ ਸਾਖੀ ਦਾ ਸਾਨੂੰ ਇੱਕ ਉਤਾਰਾ ਵੀ ਨਹੀਂ ਮਿਲਦਾ। ਗੁਰੂ ਗ੍ਰੰਥ ਜੀ ਦਾ ਉਤਾਰਾ
ਕਰਨ ਵਿੱਚ ਦੋ ਮੁਸ਼ਕਲਾਂ ਸਨ। ਇੱਕ ਤਾਂ ਗੁਰੂ ਜੀ ਦਾ ਹੁਕਮ ਨਹੀਂ ਸੀ ਕਿ ਉਤਾਰਾ ਕੀਤਾ ਜਾਵੇ, ਦੂਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਕਾਰ ਬਹੁਤ ਵੱਡਾ ਸੀ। ਪਰ ਇਹਨਾਂ ਦੋਹਾਂ ਮੁਸ਼ਕਲਾਂ ਦੇ ਹੁੰਦਿਆਂ ਸੁਣਦਿਆਂ ਵੀ ਅੱਜ ਕੱਲ੍ਹ ਕਈ ਲਿਖਤ ਦੇ ਗੁਰੂ ਗ੍ਰੰਥ ਸਾਹਿਬ ਜੀ ਮਿਲਦੇ ਹਨ। ਪਰ ਜਨਮ ਸਾਖੀ ਦੀ ਹਾਲਤ ਵਿੱਚ ਐਸੀ ਕੋਈ ਮੁਸ਼ਕਲ ਨਹੀਂ ਸੀ। ਨਾ ਤਾਂ ਗੁਰੂ ਜੀ ਨੇ ਉਤਾਰੇ ਦੀ ਹੀ ਬੰਦਸ਼ ਕੀਤੀ ਸੀ ਅਤੇ ਨਾ ਉਸ ਦਾ ਆਕਾਰ ਹੀ ਵੱਡਾ ਹੋਵੇਗਾ। ਪਰ ਹੈਰਾਨੀ ਹੈ ਕਿ ਸਾਨੂੰ ਕੋਈ ਵੀ ਪੁਰਾਣੀ ਸੈਂਚੀ ਗੁਰੂ ਅੰਗਦ ਸਾਹਿਬ ਵਾਲੀ ਜਨਮ ਸਾਖੀ ਦੀ ਨਹੀਂ ਮਿਲਦੀ। ਜੋ ਮਿਲਦੀ ਹੈ ਉਹ ਇਤਨੀਆਂ ਭੁੱਲਾਂ ਨਾਲ ਭਰੀ ਹੋਈ ਹੈ ਕਿ ਉਸ ਦਾ ਗੁਰੂ ਅੰਗਦ ਦੇਵ ਜੀ ਨਾਲ ਸੰਬੰਧ ਪਾਣਾ ਹੀ ਮੈਂ ਘੋਰ ਪਾਪ ਸਮਝਦਾ ਹਾਂ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਾਈ। ਸਿੱਖਾਂ ਵਿੱਚ ਗੁਰੂ ਜੀ ਦੀ ਨਿਸ਼ਾਨੀ ਰੱਖਣ ਨੂੰ ਇੱਕ ਫਖਰ ਸਮਝਿਆ ਜਾਂਦਾ ਹੈ। ਜਿਸ ਪਾਤਸ਼ਾਹੀ ਜੀ ਨੇ ਕਿਸੇ ਸਿੱਖ ਨੂੰ ਹੁਕਮਨਾਮਾ ਦਿੱਤਾ ਹੈ ਜਾਂ ਕੋਈ ਪੱਤਰਕਾ ਹੀ ਉਸ ਵੱਲ ਘੱਲੀ ਹੈ, ਉਹ ਪੱਤਰਕਾ ਤੇ ਹੁਕਮਨਾਮੇ ਅੱਜ ਤੀਕ ਉਹਨਾਂ ਦੀ ਔਲਾਦ ਪਾਸ ਦੇਖੇ ਜਾਂਦੇ ਹਨ। ਜੋ ਸੈਂਚੀਆਂ ਆਦਿ ਤੇ ਦੂਜੀ ਪਾਤਸ਼ਾਹੀ ਜੀ ਦੇ ਸ਼ਬਦਾਂ ਦੀਆਂ ਤੀਜੀ ਪਾਤਸ਼ਾਹੀ ਜੀ ਦੇ ਵੇਲੇ ਲਿਖੀਆਂ ਗਈਆਂ ਸਨ, ਉਹ ਹੂਬਹੂ ਅੱਜ ਤੀਕ ਦੁਆਬੇ ਵਿੱਚ ਹਨ। ਸਗੋਂ ਉਹਨਾਂ ਦਾ ਇੱਕ ਉਤਾਰਾ ਗੋਇੰਦਵਾਲ ਵੀ ਮੌਜੂਦ ਹੈ। ਪੰਜਵੀਂ ਪਾਤਸ਼ਾਹੀ ਜੀ ਦੀ ਲਿਖਵਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਅੱਜ ਤੀਕ ਕਰਤਾਰਪੁਰ ਬਿਰਾਜਮਾਨ ਹੈ। ਭਾਈ ਬੰਨੋ ਜੀ ਦੀ ਬੀੜ ਅੱਜ ਤੀਕ ਮਾਂਗਟ ਜ਼ਿਲ੍ਹਾ ਗੁਜਰਾਤ ਵਿੱਚ ਵਿਖਾਈ ਜਾਂਦੀ ਹੈ। ਸਿੱਖਾਂ ਵਿੱਚ ਗੁਰੂ ਜੀ ਦੀ ਨਿਸ਼ਾਨੀ ਦੀ ਇਤਨੀ ਕਦਰ ਸੀ ਕਿ ਉਹ ਗੁਰੂ ਜੀ ਨਾਲ ਸੰਬੰਧ ਰੱਖਣ ਵਾਲੀ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਦੁਨੀਆ ਦੀ ਬਾਦਸ਼ਾਹੀ ਤੁੱਲ ਸਮਝਦੇ ਸਨ। ਪਰ ਹੈਰਾਨੀ ਹੈ ਕਿ ਜਦ ਗੁਰੂ ਜੀ ਦੇ ਬਸਤਰ, ਗੁਰੂ ਜੀ ਦੇ ਪਾਹਨ ਤੇ ਗੁਰੂ ਜੀ ਦੇ ਆਸਾ ਤਾਂ ਜਿਉਂ ਕਿ ਤਿਉਂ ਮੌਜੂਦ ਹੋਣ ਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਰੱਖੇ ਹੋਏ ਹੋਣ, ਪਰ ਖੁਦ ਆਏ ਸਤਿਗੁਰੂ ਜੀ ਦੇ ਕੌਤਕਾਂ ਦੀਆਂ ਬਾਬਾਣੀਆਂ ਕਹਾਣੀਆਂ ਜੋ ਸਤਿਗੁਰੂ ਅੰਗਦ ਦੇਵ ਜੀ ਨੇ ਲਿਖਵਾਈਆਂ ਹੋਣ, ਉਹਨਾਂ ਦਾ ਕੋਈ ਖੁਰਾ ਖੋਜ ਹੀ ਨਾ ਮਿਲੇ। ਜਨਮ ਸਾਖੀ ਦੀ ਪਹਿਲੀ ਮੋਹਰ ਅਥਵਾ ਪਵਿੱਤਰ ਸਥਾਖਰਿਆਂ ਵਾਲੀ ਸੈਂਚੀ ਦਾ ਨਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ ਸੀ। ਹੋਰ ਲਓ, ਗੁਰੂ ਜੀ ਦੇ ਸਿੱਖਾਂ ਨੂੰ ਸਦਾ ਹੀ ਗੁਰੂ ਜੀ ਦੀ ਲਿਖ ਬਹੁਤ ਕਦਰ ਰਹੀ ਹੈ ਅਤੇ ਉਹਨਾਂ ਇਹ ਕੋਸ਼ਿਸ਼ ਕਦੀ ਵੀ ਨਹੀਂ ਕੀਤੀ ਕਿ ਗੁਰੂ ਜੀ ਦੀ ਲਿਖਤ ਵਿੱਚ ਕੁਝ ਆਪਣਾ ਵਾਧਾ ਘਾਟਾ ਪਾ ਦਈਏ। ਨਾਲ ਹੀ ਇਹ ਗੱਲ ਰਹੀ ਹੈ ਕਿ ਉਹਨਾਂ ਨੇ ਗੁਰੂ ਜੀ ਦੇ ਲੇਖ ਨੂੰ ਆਪਣੇ ਲੇਖ ਤੋਂ ਲੱਖਾਂ ਦਰਜੇ ਉੱਤਮ ਸਮਝਿਆ ਹੈ। ਅੱਜ ਦੀ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਜੀ ਦੀ ਲਿਖਤ ਨੂੰ ਹਟਾ ਕੇ ਉਸ ਦੀ ਥਾਂ ਆਪਣੀ ਲਿਖਤ ਨੂੰ ਦੇਵਾ। ਪਰ ਜਦ ਅਸੀਂ ਵੇਖਦੇ ਹਾਂ ਕਿ ਛੋਟੀ ਪਾਤਸ਼ਾਹੀ ਜੀ ਦੇ ਵੱਲ ਹੀ ਜਨਮ ਸਾਖੀਆਂ ਬਣਨ ਲੱਗ ਪਈਆਂ ਸਨ, ਤਦ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਅੰਗਦ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ ਹੋਵੇਗੀ, ਕਿਉਂਕਿ ਜੋ ਲਿਖਵਾਈ ਹੁੰਦੀ ਤਦ ਹੋਰ ਜਨਮ ਸਾਖੀ ਲਿਖਣ ਦਾ ਸਿੱਖਾਂ ਨੂੰ ਹੌਸਲਾ ਹੀ ਨਾ ਪੈਂਦਾ। ਉਹ ਗੁਰੂ ਅੰਗਦ ਜੀ ਵਾਲੀ ਜਨਮ ਸਾਖੀ ਦੇ ਹੀ ਉਤਾਰੇ ਆਪਣੇ ਪਾਸ ਰੱਖਦੇ ਅਤੇ ਹੋਰ ਕਿਸੇ ਵੀ ਜਨਮ ਸਾਖੀ ਨੂੰ ਪ੍ਰਮਾਣਿਕ ਨਾ ਸਮਝਦੇ। ਪਰ ਜਦ ਅਸੀਂ ਸਾਫ਼ ਵੇਖਦੇ ਹਾਂ ਕਿ ਭਾਈ ਗੁਰਦਾਸ ਜੀ ਸੰਖੇਪ ਜਨਮ ਸਾਖੀ ਲਿਖ ਰਹੇ ਹਨ, ਇੱਕ ਸਿੱਖ ਗੁਰੂ ਹਰਗੋਬਿੰਦ ਜੀ ਦੇ ਵੇਲੇ ਹੀ ਸਾਖੀ ਤਿਆਰ ਕਰ ਰਿਹਾ ਹੈ ਅਤੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਇਸ ਦੇ ਉਤਾਰੇ ਜਾ ਰਹੇ ਹਨ। ਭਾਈ ਮਨੀ ਸਿੰਘ ਜੀ ਅੱਡ ਜਨਮ ਸਾਖੀ ਲਿਖਦੇ ਹਨ, ਭਾਈ ਸਰੂਪ ਦਾਸ ਜੀ ਮਹਿਮਾ ਪ੍ਰਕਾਸ਼ ਰਚਦੇ ਹਨ, ਤਾਂ ਇਸ ਤੋਂ ਸਾਫ਼ ਪ੍ਰਗਟ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ ਸੀ। ਭਾਈ ਬੰਨੋ ਜੀ ਵਾਲੀ ਬੀੜ ਤੋਂ ਪ੍ਰਮਾਣ। ਭਾਈ ਬੰਨੋ ਜੀ ਨੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਬਣਵਾਉਣ ਗਿਆ, ਲਾਹੌਰੋਂ ਉਰੇ ਹੀ ਇੱਕ ਉਤਾਰਾ ਕਰਵਾ ਲਿਆ, ਤਾਂ ਉਹਨਾਂ ਗੁਰਬਾਣੀ ਤੋਂ ਬਿਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੱਖਣ ਦੀ ਇੱਕ ਸਾਖੀ ਵੀ ਅੰਤ ਉੱਤੇ ਲਿਖ ਦਿੱਤੀ। ਇਸ ਦਾ ਵੀ ਕਾਰਨ ਇਹ ਸੀ ਕਿ ਉਸ ਵੇਲੇ ਤੀਕ ਕੋਈ ਜਨਮ ਸਾਖੀ ਨਹੀਂ ਬਣੀ ਸੀ ਅਤੇ ਟਾਵੀਆਂ ਸਾਖੀਆਂ ਸਿੱਖਾਂ ਨੂੰ ਮੂੰਹ ਜ਼ਬਾਨੀ ਹੀ ਯਾਦ ਸਨ। ਭਾਈ ਬੰਨੋ ਜੀ ਨੇ ਜਦ ਉਤਾਰਾ ਕਰਵਾਇਆ ਤਾਂ ਯਾਦਦਾਸ਼ਤ ਲਈ ਸ਼ਿਵਨਾਥ ਦੀ ਗੋਸ਼ਟ ਵੀ ਅੰਤ ਉੱਤੇ ਲਿਖ ਦਿੱਤੀ। ਭਾਈ ਗੁਰਦਾਸ ਜੀ ਦੇ ਪਹਿਲੀ ਵਾਰ ਲਿਖਣ ਦਾ ਵੀ ਇਹੋ ਹੀ ਕਾਰਨ ਜਾਪਦਾ ਹੈ ਅਤੇ ਪੁਰਾਣੀ ਜਨਮ ਸਾਖੀ ਦਾ ਦਿਨਾਂ ਵਿੱਚ ਹੀ ਸਾਰੇ ਸਿੱਖੀ ਮੰਡਲ ਵਿੱਚ ਪਸਰ ਜਾਣਾ ਵੀ ਇਸ ਗੱਲ ਦੀ ਦਲੀਲ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ ਸੀ। ਮੋਹਸਨ ਫਾਨੀ ਦੀ ਉਗਾਹੀ। ਜੇਕਰ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਲਿਖਵਾਈ ਹੁੰਦੀ ਤਦ ਮੋਹਸਨ ਫਾਨੀ ਜ਼ਰੂਰ ਹੀ ਉਸ ਦਾ ਜ਼ਿਕਰ ਕਰਦਾ। ਗੁਰੂ ਹਰਗੋਬਿੰਦ ਜੀ ਦੇ ਉਸ ਨੂੰ ਪੱਤਰ ਜਾਂਦੇ ਰਹੇ ਅਤੇ ਉਹ 6ਵੀਂ ਅਤੇ 7ਵੀਂ ਪਾਤਸ਼ਾਹੀ ਜੀ ਪਾਸ ਬਹੁਤ ਚਿਰ ਰਿਹਾ। ਜੇਕਰ ਕੋਈ ਵੀ ਜਨਮ ਸਾਖੀ ਹੁੰਦੀ ਤਾਂ ਕੀ ਇਸ ਨੂੰ ਪਤਾ ਨਾ ਹੁੰਦਾ? ਅਰ ਜੇ ਹੁੰਦਾ ਤਦ ਉਹ ਗੁਰੂ ਨਾਨਕ ਜੀ ਦੀਆਂ ਸਾਖੀਆਂ ਪੁੱਛ ਕੇ ਕਿਉਂ ਲਿਖਦਾ?
ਗੁਰੂ ਜੀ ਪਾਸੋਂ ਜਨਮ ਸਾਖੀ ਮੰਗਦਾ ਅਤੇ ਕਿਸੇ ਸਿੱਖ ਪਾਸੋਂ ਪੜਵਾ ਕੇ ਮਤਲਬ ਦੀਆਂ ਸਾਖੀਆਂ ਲਿਖ ਜਾਂਦਾ। ਜਿਸ ਦੀ ਮੱਤ ਦੀ ਕੋਈ ਕਿਤਾਬ ਹੈ ਉਸ ਦਾ ਉਸਨੇ ਆਪਣੀ ਕਿਤਾਬ ਵਿੱਚ ਹਵਾਲਾ ਦਿੱਤਾ ਹੈ। ਜੇਕਰ ਸਿੱਖਾਂ ਦੀ ਵੀ ਕੋਈ ਜਨਮ ਸਾਖੀ ਹੁੰਦੀ ਤਦ ਉਹ ਆਪਣੀ ਕਿਤਾਬ ਵਿੱਚ ਥਾਂ ਥਾਂ ਇਹ ਨਾ ਲਿਖਦਾ ਕਿ ਇਹ ਗੱਲ ਮੈਂ ਇਤਬਾਰੀ ਸਿੱਖ ਪਾਸੋਂ ਸੁਣੀ ਹੈ ਅਤੇ ਇਸ ਗੱਲ ਨੂੰ ਬਿਨਾਂ ਇੱਕ ਸਿੱਖ ਤੋਂ ਹੋਰ ਕੋਈ ਨਹੀਂ ਮੰਨਦਾ। ਜੇਕਰ ਗੁਰੂ ਜੀ ਦੀ ਜਨਮ ਸਾਖੀ ਹੁੰਦੀ ਤਦ ਉਹ ਉਸ ਜਨਮ ਸਾਖੀ ਨੂੰ ਲੈਂਦਾ ਅਤੇ ਜਿਤਨਾ ਦਿਲ ਕਰਦਾ ਉਤਨਾ ਹਾਲ ਕਿਤਾਬ ਵਿੱਚ ਨਕਲ ਕਰ ਲੈਂਦਾ। ਨਾ ਤਾਂ ਉਸਨੂੰ ਸਿੱਖਾਂ ਨਾਲ ਸਿਰ ਖਪਾਈ ਹੀ ਕਰਨੀ ਪੈਂਦੀ ਅਤੇ ਨਾ ਹੀ ਥਾਂ ਥਾਂ ਇਸ ਤਰ੍ਹਾਂ ਹੀ ਲਿਖਦਾ ਕਿ ਉਹਨਾਂ ਗੁਰੂ ਦੇ ਸਿੱਖ ਉਹਨਾਂ ਗੁਰੂ ਨਾਨਕ ਜੀ ਦੀਆਂ ਇੰਨੀਆਂ ਕਰਾਮਾਤਾਂ ਸੁਣਾਉਂਦੇ ਹਨ ਕਿ ਇਸ ਛੋਟੀ ਜਿਹੀ ਕਿਤਾਬ ਵਿੱਚ ਨਹੀਂ ਲਿਖਿਆ ਜਾ ਸਕਦੀਆਂ। ਕਹਿੰਦੇ ਹਨ ਕਿ ਬਾਬਾ ਨਾਨਕ ਪਹਿਲੇ ਯੁੱਗ ਵਿੱਚ ਰਾਜਾ ਜਨਕ ਸੀ। ਗੁਰੂ ਨਾਨਕ ਜੀ ਦੇ ਸਿੱਖਾਂ ਦੇ ਖਿਆਲ ਵਿੱਚ ਗੁਰੂ ਨਾਨਕ ਜੀ ਪਿਛਲੇ ਯੁੱਗ ਵਿੱਚ ਰਾਜਾ ਜਨਕ ਸਨ। ਇਸ ਸਿੱਖ ਤੋਂ ਬਿਨਾਂ ਮੈਂ ਸਿੱਖਾਂ ਵਿੱਚ ਹੋਰ ਕੋਈ ਨਹੀਂ ਵੇਖਿਆ ਜੋ ਬਾਬਾ ਨਾਨਕ ਨੂੰ ਰੱਬ ਸਮਝਦਾ ਹੋਵੇ ਆਦਿ। ਭਲਾ ਜੇਕਰ ਕੋਈ ਜਨਮ ਸਾਖੀ ਹੁੰਦੀ ਤਾਂ ਉਸਨੂੰ ਅਜਿਹੀ ਝਗੜੇ ਕਰਨ ਅਤੇ ਦਿਲ ਦਿਮਾਗ ਉੱਤੇ ਭਾਰ ਪਾਉਣ ਦੀ ਕੀ ਲੋੜ ਸੀ। ਸਾਫ਼ ਸਿੱਧ ਹੈ ਕਿ ਉਸ ਵੇਲੇ ਕੋਈ ਜਨਮ ਸਾਖੀ ਨਹੀਂ ਸੀ, ਅਰਥਾਤ ਗੁਰੂ ਅੰਗਦ ਦੇਵ ਜੀ ਨੇ ਕੋਈ ਜਨਮ ਸਾਖੀ ਨਹੀਂ ਲਿਖਵਾਈ ਸੀ ਜਿਸ ਦੀ ਪਹਿਲੀ ਸੈਂਚੀ ਜਾਂ ਕੋਈ ਹੋਰ ਉਤਾਰਾ ਹੀ ਉਹ ਵੇਖ ਸਕਦਾ। ਇੱਕ ਹੋਰ ਸਬੂਤ ਹੋਰ ਸੁਣੋ। ਇਹ ਤਾਂ ਸਾਫ਼ ਹੀ ਹੈ ਕਿ ਗੁਰੂ ਨਾਨਕ ਜੀ ਨੇ ਜੋ ਸ਼ਬਦ ਉਚਾਰਨ ਕੀਤੇ ਹਨ ਉਹ ਉਸ ਵੇਲੇ ਦੀ ਵਰਤਮਾਨ ਬੋਲੀ ਵਿੱਚ ਹਨ ਅਤੇ ਇਹ ਮੂਲੋਂ ਹੀ ਅਸੰਭਵ ਜਾਪਦਾ ਹੈ ਕਿ ਜੋ ਸ਼ਬਦ ਗੁਰੂ ਜੀ ਨੇ ਕਿਸੇ ਪ੍ਰਤੀ ਉਚਾਰਨ ਕੀਤੇ ਹੋਣ ਉਹ ਇਤਨੇ ਕਠਿਨ ਹੋਣ ਕਿ ਸੁਣਨ ਵਾਲਾ ਉਹਨਾਂ ਨੂੰ ਸਮਝ ਹੀ ਨਾ ਸਕਦਾ ਹੋਵੇ। ਅੱਜ ਕੱਲ੍ਹ ਜੋ ਕੋਈ ਸ਼ਬਦਾਂ ਦੇ ਅਰਥ ਸਪਸ਼ਟ ਸਮਝ ਵਿੱਚ ਨਹੀਂ ਆਉਂਦੇ, ਇਸ ਦਾ ਇਹ ਕਾਰਨ ਹੈ ਕਿ ਅੱਜ ਕੱਲ੍ਹ ਦੀ ਅਤੇ ਗੁਰੂ ਜੀ ਦੇ ਵੇਲੇ ਦੀ ਪੰਜਾਬੀ ਵਿੱਚ ਬਹੁਤ ਫਰਕ ਹੈ। ਪੁਰਾਣੀਆਂ ਜਨਮ ਸਾਖੀਆਂ ਵਿੱਚ ਜਿੱਥੇ ਕੋਈ ਸ਼ਬਦ ਆਉਂਦਾ ਹੈ ਬਗੈਰ ਅਰਥਾਂ ਦੇ ਹੀ ਲਿਖਿਆ ਹੁੰਦਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਜਨਮ ਸਾਖੀਆਂ ਦੇ ਲਿਖੇ ਜਾਣ ਦੇ ਵੇਲੇ ਤੀਕ ਉਹ ਸ਼ਬਦ ਹਰ ਇੱਕ ਦੀ ਸਮਝ ਵਿੱਚ ਆ ਸਕਦੇ ਸਨ। ਇਹ ਵੀ ਸਾਨੂੰ ਮਾਲੂਮ ਹੈ ਕਿ ਅਰਥਾਂ ਦੀ ਸੰਪਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੋਂ ਤੁਰੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਵੇਲੇ ਹੀ ਅਰਥਾਂ ਦੇ ਲਿਖਣ ਦੀ ਲੋੜ ਪ੍ਰਤੀਤ ਹੋਣ ਲੱਗੀ ਸੀ। ਪਰ ਜਿਸ ਵੇਲੇ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਪੜ੍ਹਦੇ ਹਾਂ ਤਾਂ ਥਾਂ ਥਾਂ ਸ਼ਬਦਾਂ ਦੇ ਅਰਥ ਕਾਤੇ ਹੋਏ ਪਾਉਂਦੇ ਹਾਂ। ਉੱਤੇ ਸ਼ਬਦ ਦਿੱਤਾ ਹੁੰਦਾ ਹੈ ਤੇ ਹੇਠਾਂ ਉਸਦਾ ਭਾਵ ਅਰਥ। ਇਸ ਗੱਲ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਅੰਗਦ ਜੀ ਦੇ ਵੇਲੇ ਨਹੀਂ ਲਿਖੀ ਗਈ, ਬਲਕਿ ਉਸ ਵੇਲੇ ਕਿ ਜਦੋਂ ਸ਼ਬਦਾਂ ਦਾ ਟੀਕਾ ਕਰਨ ਦੀ ਲੋੜ ਪ੍ਰਤੀਤ ਹੋਈ ਸੀ। ਕਿਉਂਕਿ ਜੇਕਰ ਗੁਰੂ ਅੰਗਦ ਦੇਵ ਜੀ ਦੇ ਵੇਲੇ ਇਹ ਜਨਮ ਸਾਖੀ ਲਿਖੀ ਜਾਂਦੀ ਤਾਂ ਕਿਤੇ ਵੀ ਸ਼ਬਦਾਂ ਦੇ ਅਰਥ ਨਾ ਦਿੱਤੇ ਹੁੰਦੇ। ਇਹ ਜਨਮ ਸਾਖੀ ਕਦ ਲਿਖੀ ਗਈ? ਹੁਣ ਆਪ ਤੋਂ ਆਪ ਹੀ ਸਵਾਲ ਉੱਠਦਾ ਹੈ ਕਿ ਜੇਕਰ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਨੇ ਨਹੀਂ ਲਿਖਵਾਈ ਤਾਂ ਕਦ ਅਤੇ ਕਿਸ ਨੇ ਲਿਖਵਾਈ? ਪਹਿਲਾਂ ਇਸ ਦੇ ਕਿ ਮੈਂ ਆਪ ਨੂੰ ਇਹ ਦੱਸਾਂ ਕਿ ਇਹ ਜਨਮ ਸਾਖੀ ਫਲਾਣੇ ਨੇ ਲਿਖੀ ਹੈ, ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਇਹ ਜਨਮ ਸਾਖੀ ਕਦ ਲਿਖੀ ਗਈ। ਇਹ ਤਾਂ ਉੱਤੇ ਹੀ ਦੱਸਿਆ ਗਿਆ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਵੇਲੇ ਨਹੀਂ ਲਿਖੀ ਗਈ। ਇਸ ਲਈ ਇਸ ਦੇ ਲਿਖੇ ਜਾਣ ਦਾ ਸਮਾਂ ਲੱਭਣ ਲਈ ਸਾਨੂੰ ਗੁਰੂ ਅੰਗਦ ਜੀ ਦੇ ਮਗਰੋਂ ਦੇ ਸਮੇਂ ਵਿੱਚ ਹੀ ਟੋਲ ਕਰਨੀ ਚਾਹੀਦੀ ਹੈ। ਇਹ ਜਨਮ ਸਾਖੀ ਨਵੀਂ ਹੀ ਹੈ। ਇਹ ਇੱਕ ਯਾਦ ਰੱਖਣ ਵਾਲੀ ਗੱਲ ਹੈ ਕਿ ਖਾਸ-ਖਾਸ ਸ਼ਹਿਰਾਂ ਜਾਂ ਪਿੰਡਾਂ ਦੇ ਨਾਮ ਖਾਸ-ਖਾਸ ਸਮੇਂ ਬਦਲੇ ਜਾਇਆ ਕਰਦੇ ਹਨ। ਸ਼ਬਦ ਵਿਦਿਆ ਵੀ ਸਾਨੂੰ ਦੱਸਦੀ ਹੈ ਕਿ ਕਈ ਚੀਜ਼ਾਂ ਐਸੀਆਂ ਹਨ ਜੋ 100 ਵਰ੍ਹਾ ਪਹਿਲਾਂ ਕਿਨਾਂ ਹੋਰਨਾਂ ਨਾਵਾਂ ਤੇ ਸਦੀਆਂ ਜਾਂਦੀਆਂ ਸਨ, ਪਰ ਅੱਜ ਕੱਲ੍ਹ ਉਹਨਾਂ ਦੇ ਹੋਰ ਹੀ ਨਾਮ ਹਨ। ਉਦਾਹਰਨ ਲਈ ਐਮਨਾਬਾਦ ਅਤੇ ਤਰਖਾਣ ਪਦ ਹੀ ਲੈ ਲਵੋ। ਐਮਨਾਬਾਦ ਦਾ ਨਾਮ ਅਸਲ ਵਿੱਚ ਨਵਾਂ ਹੈ, ਪੁਰਾਣਾ ਨਾਮ ਸੈਦਪੁਰ ਸੀ। ਭਾਵੇਂ ਗੁਰੂ ਜੀ ਦੇ ਵੇਲੇ ਹੀ ਇਸ ਦਾ ਨਾਮ ਐਮਨਾਬਾਦ ਰੱਖਿਆ ਗਿਆ ਸੀ, ਪਰ ਪ੍ਰਚਲਿਤ ਉਦੋਂ ਹੀ ਹੋਇਆ ਜਦ ਇਹ ਨਾਮ ਦਫ਼ਤਰਾਂ ਵਿੱਚ ਚੜ੍ਹ ਗਿਆ। ਇਹ ਗੱਲ ਅਕਬਰ ਦੇ ਵੇਲੇ ਤੋਂ ਪਹਿਲਾਂ ਹੋਈ ਨਹੀਂ ਜਾਪਦੀ, ਇਸ ਲਈ ਕਿਹਾ ਜਾ ਸਕਦਾ ਹੈ ਕਿ ਆਇਨੇ ਅਕਬਰੀ ਦੇ ਤਿਆਰ ਹੋਣ ਤੋਂ ਪਹਿਲਾਂ ਐਮਨਾਬਾਦ ਦਾ ਨਾਮ ਸੈਦਪੁਰ ਹੀ ਮਸ਼ਹੂਰ ਸੀ। ਅਕਬਰ ਦੇ ਵੇਲੇ ਹੋਇਆ ਮੁਹੰਮਦ ਕਾਸਿਮ ਫਰਿਸ਼ਤਾ ਵੀ ਸੈਦਪੁਰ ਹੀ ਲਿਖਦਾ ਹੈ ਤੇ ਸੰਮਤ 1691 ਬਿਕਰਮੀ ਵਿੱਚ ਲਿਖੀ ਗਈ ਪੁਰਾਣੀ ਜਨਮ ਸਾਖੀ ਵਿੱਚ ਵੀ ਸੈਦਪੁਰ ਹੀ ਹੈ। ਪਰ ਹੈਰਾਨੀ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਜਿੱਥੇ ਕਿਤੇ ਇਸ ਸ਼ਹਿਰ ਦਾ ਜ਼ਿਕਰ ਆਉਂਦਾ ਹੈ ਐਮਨਾਬਾਦ ਹੀ ਲਿਖਿਆ ਹੁੰਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਬਹੁਤ ਪੁਰਾਣੀ ਨਹੀਂ ਹੈ। ਇਹੋ ਹਾਲ ਤਰਖਾਣ ਪਦ ਦਾ ਹੈ। ਇਹ ਪਦ ਅਸਲ ਵਿੱਚ ਪੰਜਾਬੀ ਬੋਲੀ ਦਾ ਨਹੀਂ ਹੈ। ਇਹ ਅਸਲ ਵਿੱਚ ਬਲੋਚੀ ਜ਼ੁਬਾਨ ਦਾ ਪਦ ਹੈ, ਜਿਸ ਵਿੱਚ ਤਰਖਾਣ ਨੂੰ ਦਰਖਾਣ ਆਖਦੇ ਹਨ।
ਪੰਜਾਬੀ ਵਿੱਚ ਇਸ ਦੇ ਮੁਕਾਬਲੇ ਦਾ ਪਦ ਬਾਢੀ ਸੀ। ਪਰ ਜਿਸ ਵੇਲੇ ਬਲੋਚ ਕੌਮ ਬਲੋਚਿਸਤਾਨ ਤੋਂ ਵੱਧ ਕੇ ਪੰਜਾਬ ਵਿੱਚ ਆ ਵੜੀ ਅਤੇ ਮੁਸਲਮਾਨ ਹੋਣ ਕਰਕੇ ਸਰਕਾਰੀ ਅਹੁਦੇ ਵੀ ਚੰਗੇ ਮਿਲ ਗਏ ਤਾਂ ਉਹਨਾਂ ਦੀ ਰੋਜ਼ ਬੋਲਚਾਲ ਦਾ ਪਦ ਪੰਜਾਬੀ ਵਿੱਚ ਰਲਣ ਲੱਗ ਪਿਆ। ਹੌਲੀ ਹੌਲੀ ਬਾਢੀ ਪਦ ਜਾਂਦਾ ਰਿਹਾ ਅਤੇ ਤਰਖਾਣ ਪਦ ਨੇ ਉਸ ਦੀ ਜਗ੍ਹਾ ਸਾਂਭ ਲਈ। ਪੁਰਾਣੀ ਜਨਮ ਸਾਖੀ ਵਿੱਚ ਜਿੱਥੇ ਕਿਤੇ ਭਾਈ ਝੰਡ ਜਾਂ ਭਾਈ ਲਾਲੋ ਦਾ ਜ਼ਿਕਰ ਆਇਆ ਹੈ, ਉੱਥੇ ਇਹਨਾਂ ਨਾਲ ਬਾਢੀ ਪਦ ਵੀ ਵਰਤਿਆ ਗਿਆ ਹੈ। ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਜਿਸ ਥਾਂ ਇਹਨਾਂ ਦੇ ਨਾਂ ਆਏ ਹਨ, ਇਹਨਾਂ ਨਾਲ ਤਰਖਾਣ ਪਦ ਵਰਤਿਆ ਹੋਇਆ ਹੈ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਬਹੁਤ ਪੁਰਾਣੀ ਨਹੀਂ ਹੈ। ਤੀਜੀ ਪਾਤਸ਼ਾਹੀ ਜੀ ਤੋਂ ਮਗਰੋਂ ਦੀ ਹੈ। ਗੁਰੂ ਨਾਨਕ ਜੀ ਦੀ ਕਸ਼ਮੀਰ ਦੀ ਸਾਖੀ ਵਿੱਚ ਆਉਂਦਾ ਹੈ ਕਿ ਉਨੀ ਦਿਨੀ ਉੱਥੇ ਇੱਕ ਬ੍ਰਹਮਦਾਸ ਨਾਮੀ ਪੰਡਤ ਰਹਿੰਦਾ ਸੀ, ਜੋ 2 ਊਠ ਪੂਜਾ ਦੇ ਅਤੇ ਗਲ ਵਿੱਚ ਠਾਕਰ ਰੱਖਦਾ। ਗੁਰੂ ਜੀ ਨੂੰ ਦੇਖ ਕੇ ਕਹਿਣ ਲੱਗਾ, ਤੂੰ ਇਹ ਸਾਧ ਹੈ? ਗਲ ਵਿੱਚ ਚਮੜੇ ਕਿਉਂ ਪਾਏ ਹਨ ਅਤੇ ਰੱਸੇ ਕਿਉਂ ਲਪੇਟੇ ਹਨ ਅਤੇ ਤੁਸੀਂ ਕਿਰਿਆ ਕਰਮ ਕਿਉਂ ਛੋੜਿਆ ਹੈ ਅਤੇ ਮਾਸ ਮੱਛੀ ਕਿਉਂ ਲੱਗੇ ਹੈ? ਤਾਂ ਗੁਰੂ ਨਾਨਕ ਜੀ ਸ਼ਲੋਕ ਕਹਿਆ ਮਲਾਰ ਰਾਗ ਵਿੱਚ, ਗੁਰ ਮਿਲੀਐ ਮਨ ਰਹਸੀਐ ਜਿਉ ਵੁੱਠੈ ਧਰਨ ਸਿਗਾਰ, ਸਭ ਦਸੈ ਹਰਿਆਵਲੀ ਸਰ ਭਰੇ ਸਬਰ ਤਾਲ, ਅੰਦਰ ਵਿਕਸੈ ਸੱਚ ਮਨ ਗੁਰ ਮਜੀਠੈ ਲਾਲ, ਕਮਲ ਵਿਕਸੈ ਸੱਚ ਮਨ ਗੁਰ ਕੈ ਸ਼ਬਦ ਨਿਹਾਲ, ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ, ਫਾਹੀ ਫਾਥੇ ਮਿਰਗ ਜਿਉ ਸਿਰ ਦਸੈ ਜਮਕਾਲ, ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ, ਇੰਨੀ ਅੱਖੀ ਨਦਰ ਨ ਆਵਈ ਜਿਚਰ ਸ਼ਬਦ ਨ ਕਰੇ ਵਿਚਾਰ, ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ, ਮੂਲ ਰਹਿ ਗੁਰ ਸੇਵੀਐ ਗੁਰ ਪੌੜੀ ਬੋਹਿਤ, ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ। ਜਨਮ ਸਾਖੀ ਵਾਲੇ ਨੇ ਇਹ ਸ਼ਬਦ ਗੁਰੂ ਨਾਨਕ ਜੀ ਦਾ ਲਿਖਿਆ ਹੈ, ਪਰ ਅਸਲ ਵਿੱਚ ਇਹ ਤੀਜੀ ਪਾਤਸ਼ਾਹੀ ਜੀ ਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਤੀਜੀ ਪਾਤਸ਼ਾਹੀ ਜੀ ਤੋਂ ਮਗਰੋਂ ਲਿਖੀ ਗਈ ਹੈ। ਚੌਥੀ ਪਾਤਸ਼ਾਹੀ ਜੀ ਤੋਂ ਮਗਰੋਂ ਦੀ ਹੈ। ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਵਾਹਿਗੁਰੂ ਸ਼ਬਦ ਚੌਥੀ ਪਾਤਸ਼ਾਹੀ ਜੀ ਤੋਂ ਲਿਖਤ ਰੂਪ ਵਿੱਚ ਆਇਆ ਹੈ। ਪਹਿਲੀਆਂ ਪਾਤਸ਼ਾਹੀਆਂ ਦੇ ਵੇਲੇ ਇਹ ਸ਼ਬਦ ਲਿਖਤ ਦੁਆਰਾ ਕਿਤੇ ਪ੍ਰਗਟ ਨਹੀਂ ਸੀ ਹੋਇਆ, ਪਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਜਿੱਥੇ ਕੋਈ ਸਾਖੀ ਤੁਰਨ ਲੱਗਦੀ ਹੈ, ਉੱਥੇ ਹੀ ਲਿਖਿਆ ਹੁੰਦਾ ਹੈ, ਬੋਲੋ ਭਾਈ ਜੀ ਵਾਹਿਗੁਰੂ ਸਾਖੀ ਹੋਰ ਚਲੀ। ਇਸੇ ਤਰ੍ਹਾਂ ਤੀਜੀ ਸਾਖੀ ਵਿੱਚ ਇਹ ਲਿਖਿਆ ਹੈ, ਅਰ ਸ਼੍ਰੀ ਪਰਮੇਸ਼ਵਰ ਨੂੰ ਸੋਈ ਪਾਵੈ ਜਿਸ ਨੂੰ ਵਾਹਿਗੁਰੂ ਦੀ ਕਿਰਪਾ ਹੋਵੇ। ਇਸ ਵਾਹਿਗੁਰੂ ਸ਼ਬਦ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਪਹਿਲਾਂ ਇਸ ਤਰ੍ਹਾਂ ਉੱਕਾ ਹੀ ਵਰਤਿਆ ਨਹੀਂ ਸੀ ਜਾਂਦਾ। ਇਸ ਲਈ ਜਨਮ ਸਾਖੀ ਵਿੱਚ ਇਸ ਦਾ ਥਾਂ ਇਸ ਤਰ੍ਹਾਂ ਵਰਤੇ ਜਾਣ ਤੋਂ ਇਹ ਕਹਿਆ ਜਾ ਸਕਦਾ ਹੈ ਕਿ ਇਹ ਜਨਮ ਸਾਖੀ ਚੌਥੀ ਪਾਤਸ਼ਾਹੀ ਜੀ ਤੋਂ ਮਗਰੋਂ ਲਿਖੀ ਗਈ ਹੈ। ਗੁਰੂ ਨਾਨਕ ਸਾਹਿਬ ਜੀ ਜਦ ਮਦੀਨੇ ਜਾਂਦੇ ਹਨ ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਕਾਜ਼ੀਆਂ ਨਾਲ ਚਰਚਾ ਕਰਦੇ ਕਰਦੇ ਗੁਰੂ ਜੀ ਮਾਰੂ ਰਾਗ ਦਾ ਇਹ ਸ਼ਬਦ ਉਚਾਰਦੇ ਹਨ, ਅੱਲਾ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਫਕੀਰ ਮੁਸਾਫਰ ਇਹ ਦਰਵੇਸ ਕਬੂਲ ਦਰਾ, ਸੱਚ ਨਿਵਾਜ ਯਕੀਨ ਮਸਲਾ ਮਨਸਾ ਮਾਰ ਨਿਵਾਰੇ ਆਸਾ, ਇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ, ਸਰਾ ਸਰੀਅਤ ਲੈ ਕਮਾਵੋ ਤਰੀਕਿਅਤ ਤਰਕ ਖੋਜ ਟੁਲਾਵੋ, ਮਾਰਫਤ ਮਨ ਮਾਰੋ ਅਬਦਾਲਾ ਮਿਲਹੋ ਹਕੀਕਤ ਜਿਤ ਫਿਰ ਨਾ ਮਰਾ, ਕੁਰਾਨ ਕਤੇਬ ਦਿਲ ਮਾਹੀ ਕਮਾਹੀ 10 ਔਰਾਤ ਰੱਖੋ ਬਦਰਾਹੀ। ਸੋ ਸਾਡੇ ਇਤਿਹਾਸਕਾਰ ਨੇ ਇਹ ਸ਼ਬਦ ਮਦੀਨੇ ਦੀ ਗੋਸ਼ਟ ਵੇਲੇ ਸਤਿਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਲਿਖਿਆ ਹੈ, ਪਰ ਇਸ ਵਿੱਚ ਉਸਨੇ ਭਾਰੀ ਭੁੱਲ ਕੀਤੀ ਹੈ, ਕਿਉਂਕਿ ਇਹ ਸ਼ਬਦ ਪੰਜਵੀਂ ਪਾਤਸ਼ਾਹੀ ਜੀ ਦਾ ਹੈ, ਪਹਿਲੀ ਪਾਤਸ਼ਾਹੀ ਦਾ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਪੰਜਵੀਂ ਪਾਤਸ਼ਾਹੀ ਜੀ ਤੋਂ ਮਗਰੋਂ ਦੀ ਬਣੀ ਹੋਈ ਹੈ। ਹੋਰ ਸਬੂਤ। ਇਸ ਸਬੂਤ ਤੋਂ ਛੁੱਟ ਸਾਡੇ ਪਾਸ ਹੋਰ ਸਬੂਤ ਵੀ ਹਨ ਜੋ ਸਾਫ਼ ਦੱਸਦੇ ਹਨ ਕਿ ਇਹ ਜਨਮ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਮਗਰੋਂ ਬਣੀ ਹੈ। ਇਸ ਗੱਲ ਨੂੰ ਸਾਰੇ ਹੀ ਜਾਣਦੇ ਹਨ ਕਿ ਵਾਰਾਂ ਨੂੰ ਤਰਤੀਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਿੱਤੀ ਸੀ। ਪਹਿਲੋਂ ਵਾਰਾਂ ਦੀਆਂ ਪੌੜੀਆਂ ਅੱਡ ਤੇ ਸ਼ਲੋਕ ਹਰ ਪਾਤਸ਼ਾਹੀ ਜੀ ਦੇ ਅੱਡ ਸਨ। ਗੁਰੂ ਜੀ ਨੇ ਬੀੜ ਤਿਆਰ ਕਰਨ ਵੇਲੇ ਹਰ ਇੱਕ ਵਾਰ ਵਿੱਚ ਦੂਜੀਆਂ ਪਾਤਸ਼ਾਹੀਆਂ ਦੇ ਸ਼ਲੋਕ ਵੀ ਰਲਾ ਦਿੱਤੇ, ਤਾਂ ਕਿ ਵਾਰ ਪੜ੍ਹਨ ਵੇਲੇ ਸਿੱਖਾਂ ਨੂੰ ਸ਼ਲੋਕ ਟੋਲਣ ਦੀ
ਤਕਲੀਫ ਨਾ ਹੋਵੇ ਅਤੇ ਹਰ ਇੱਕ ਉਹੀ ਸ਼ਲੋਕ ਪੜ੍ਹੇ। ਇਹ ਨਾ ਹੋਵੇ ਕਿ ਇੱਕ ਕੋਈ ਸ਼ਲੋਕ ਲਾਵੇ ਤੇ ਦੂਜਾ ਕੋਈ। ਇਹੋ ਹੀ ਕਾਰਨ ਹੈ ਕਿ ਵਾਰ ਤਾਂ ਮਹੱਲੇ ਪਹਿਲੇ ਦੀ ਹੈ, ਪਰ ਸ਼ਲੋਕ ਹੋਰ ਪਾਤਸ਼ਾਹੀਆਂ ਦੇ ਵੀ ਪਾਏ ਜਾਂਦੇ ਹਨ। ਇਸ ਗੱਲ ਤੋਂ ਸਾਨੂੰ ਸਾਡੀ ਖੋਜ ਵਿੱਚ ਇਹ ਮਦਦ ਮਿਲ ਸਕਦੀ ਹੈ ਕਿ ਜਿੱਥੇ ਕਿਤੇ ਅਸੀਂ ਪੌੜੀਆਂ ਤੇ ਸ਼ਲੋਕ ਉੱਤੇ ਤਰਤੀਬ ਨਾਲ ਵੇਖਾਂਗੇ ਜਿਸ ਵਿੱਚ ਕਿ ਉਹ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਹਨ, ਤਾਂ ਅਸੀਂ ਝੱਟ ਕਹਿ ਦਿਆਂਗੇ ਕਿ ਇਹ ਪੋਥੀ 5ਵੀਂ ਪਾਤਸ਼ਾਹੀ ਜੀ ਤੋਂ ਮਗਰੋਂ ਬਣੀ ਹੈ। ਸੋ ਇਸ ਕਸਵੱਟੀ ਉੱਤੇ ਅਸੀਂ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਪਰਖਦੇ ਹਾਂ। ਸ਼ੇਖ ਬ੍ਰਹਮ ਦੀ ਗੋਸ਼ਟ ਵਿੱਚ ਆਉਂਦਾ ਹੈ ਤਾਂ ਗੁਰੂ ਨਾਨਕ ਜੀ ਆਸਾ ਕੀ ਵਾਰ ਕੀਤੀ, ਵਾਰ ਸ਼ਲੋਕਾਂ ਨਾਲ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ, ਕੀਏ ਕਰਤ ਨਾ ਲਾਗੀ ਵਾਰ। ਤਾਂ ਗੁਰੂ ਨਾਨਕ ਜੀ 9 ਪੌੜੀਆਂ ਵਾਰ ਦੀਆਂ ਕੀਤੀਆਂ। ਹੋਰ ਸਬੂਤ ਹੋਰ ਲਓ। ਕਰੋੜੀਏ ਦੀ ਸਾਖੀ ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਾਂ ਕਰੋੜੀ ਨਾਉ ਧਰੀਕ ਹੋਇਆ, ਤਾਂ ਲੱਗਾ ਗੁਰੂ ਜਪਨ, ਤਾਂ ਗੁਰੂ ਨਾਨਕ ਜੀ ਸ਼ਲੋਕ ਕਹਿਆ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਸਾੜੀ, ਕੂੜ ਬੈਸਣਹਾਰ, ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕਪੜ, ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੈ ਨੇਹ ਲਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚਲਣਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੈ ਬੇਨਤੀ, ਤੁਧ ਬਾਜ ਕੂੜੋ ਕੂੜ। ਤਾਂ ਕਰੋੜੀ ਕਹਿਆ, ਗੁਰੂ ਜੀ ਸੱਚ ਕਿਸ ਤਰ੍ਹਾਂ ਜਾਣੀਏ? ਤਾਂ ਗੁਰੂ ਨਾਨਕ ਜੀ ਕਹਿਆ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ, ਤਨ ਕਰੈ ਹੱਛਾ ਧੋਏ। ਜਾਂ ਗੁਰੂ ਜੀ ਇਹ ਸ਼ਲੋਕ ਤੇ ਪੌੜੀ ਵਾਰ ਕੀ ਸੁਣਾਈ ਤਾਂ ਕਰੋੜੀ ਮੱਥਾ ਟੇਕਿਆ, ਲੱਗਾ ਕਹਿਣ, ਜੀ ਮੈਂ ਨਿਹਾਲ ਕੀਤਾ, ਜੀ ਤੇਰਾ ਪਰਣਾ ਹੈ। ਹੋਰ ਸਬੂਤ ਇੱਕ ਹੋਰ ਲਓ। ਕਸ਼ਮੀਰ ਦੀ ਸਾਖੀ ਵਿੱਚ ਆਉਂਦਾ ਹੈ, ਤਾਂ ਗੁਰੂ ਨਾਨਕ ਜੀ ਸ਼ਲੋਕ ਕਹਿਆ ਰਾਗ ਮਲਾਰ ਵਿੱਚ। ਗੁਰ ਮਿਲੀਐ ਮਨ ਰਹਸੀਐ, ਜਿਉ ਵੂਠੈ ਧਰਨ ਸਿਗਾਰ, ਸਭ ਦਿਸੈ ਹਰਿਆਵਲੀ, ਸਰ ਭਰੇ ਸੁਬਰ ਤਾਲ, ਅੰਦਰ ਰਚੈ ਸੱਚ ਰੰਗ, ਜਿਉ ਮਜਿਠੈ ਲਾਲ, ਕਮਲ ਵਿਗਾਸੈ ਸੱਚ ਮਨ, ਗੁਰ ਕੇ ਸ਼ਬਦ ਨਿਹਾਲ। ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ, ਫਾਹੀ ਫਾਥੇ ਮਿਰਗ ਜਿਉ, ਸਿਰ ਦਸੈ ਜਮਕਾਲ, ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਐਨੀ ਅਖੀ ਨਦਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਤੁਧ ਭਾਵੇ ਸੰਤੋਖੀਆ, ਚੂਕੈ ਆਲ ਜੰਜਾਲ, ਮੂਲ ਰਹੇ ਗੁਰ ਸੇਵੀਐ, ਗੁਰ ਪੌੜੀ ਬੋਹਿਤ, ਨਾਨਕ ਲੱਗੀ ਤਤ ਲੈ, ਤੂੰ ਸੱਚਾ ਮਨ ਸੱਚ। ਉਤਲੀਆਂ ਮਿਸਾਲਾਂ ਤੋਂ ਸਾਫ਼ ਸਿੱਧ ਹੈ ਕਿ ਇਹ ਜਨਮ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਮਗਰੋਂ ਲਿਖੀ ਗਈ ਹੈ। ਹੋਰ ਸਬੂਤ ਇੱਕ ਹੋਰ ਸਬੂਤ ਲਓ। ਜਦ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਵਿੱਚ ਚੇਵਾਂ ਦੇ ਦੇਸ਼ ਜਾਂਦੇ ਹਨ ਅਤੇ ਦੇਵਲੂਤ ਦੇਵਾਂ ਦਾ ਰਾਜਾ ਗੁਰੂ ਜੀ ਦਾ ਸਿੱਖ ਬਣਦਾ ਹੈ, ਤਾਂ ਦੇਵਲੂਤ ਅਤੇ ਗੁਰੂ ਜੀ ਦੀ ਚਰਚਾ ਵਿੱਚ ਐਸਾ ਲਿਖਿਆ ਮਿਲਦਾ ਹੈ, ਤਾਂ ਗੁਰੂ ਨਾਨਕ ਜੀ ਕਹਿਆ, ਭਾਈ ਦੇਵਲੂਤਾ, ਤੈਨੂੰ ਅਸਾਂ ਇੱਥੋਂ ਦਾ ਮਸੰਦ ਕੀਤਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਮਸੰਦਾਂ ਦੀ ਰੀਤੀ ਗੁਰੂ ਅਰਜਨ ਦੇਵ ਨੇ ਤੋਰੀ ਸੀ। ਪਹਿਲੀਆਂ ਪਾਤਸ਼ਾਹੀਆਂ ਵੇਲੇ ਕੋਈ ਮਸੰਦ ਨਹੀਂ ਸਨ। ਇਸ ਤੋਂ ਵੀ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਮਗਰੋਂ ਲਿਖੀ ਗਈ ਹੈ। 6ਵੀਂ ਪਾਤਸ਼ਾਹੀ ਜੀ ਦੇ ਮਗਰੋਂ ਦੀ ਹੈ। ਜਦ ਮਰਦਾਨਾ ਫਿਰੰਦੇ ਨੂੰ ਲੱਭ ਕੇ ਗੁਰੂ ਜੀ ਪਾਸ ਲਿਆਉਂਦਾ ਹੈ, ਤਾਂ ਰਬਾਬ ਆਦਿ ਦੇ ਕੰਮ ਤੋਂ ਵਿਹਲਾ ਹੋ ਕੇ ਗੁਰੂ ਜੀ ਪਾਸੋਂ ਪੁੱਛਦਾ ਹੈ ਕਿ ਗੁਰੂ ਜੀ ਕੌਣ ਸਾਜ਼ ਗੁਰਮੁਖੀ ਹਨ, ਤਾਂ ਗੁਰੂ ਜੀ ਮਰਦਾਨੇ ਨੂੰ ਇਉਂ ਉੱਤਰ ਦਿੰਦੇ ਹਨ, ਮਰਦਾਨਾ ਰਬਾਬ ਅਤੇ ਢੱਡ ਗੁਰਮੁਖੀ ਹੈ ਅਤੇ ਹੋਰ ਵਾਜਾ ਸਭੋ ਵਿਕਾਰ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਰਬਾਬ ਤਾਂ ਗੁਰੂ ਨਾਨਕ ਜੀ ਨੇ ਗੁਰਮੁਖੀ ਕੀਤਾ ਸੀ, ਪਰ ਢੱਡ 6ਵੀਂ ਪਾਤਸ਼ਾਹੀ ਜੀ ਨੇ ਜਦੋਂ ਆਪ ਅਕਾਲ ਬੁੰਗੇ ਦੇ ਸਾਹਮਣੇ ਢਾਡੀਆਂ ਪਾਸੋਂ ਵਾਰਾ ਸੁਣਿਆ ਕਰਦੇ ਸਨ। ਇਸ ਲੇਖ ਤੋਂ ਸਿੱਧ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਹਰਗੋਬਿੰਦ ਜੀ ਤੋਂ ਮਗਰੋਂ ਦੀ ਬਣੀ ਹੋਈ ਹੈ। ਜਨਮ ਸਾਖੀ ਲਿਖਣ ਵਾਲੇ ਦੀ ਚੋਰੀ। ਗੁਰੂ ਨਾਨਕ ਜੀ ਕਸ਼ਮੀਰ ਜਾਂਦੇ ਹਨ।
कोई दिन उत्थे रहे, लोक बहुत नाव तरीक होए। ब्रह्मदास पंडित दे ऊठ पूजा दे अते गल विच ठाकर रखदा सी। गुरु जी दी महिमा सुन के गुरु जी पास आया अते देख के कहन लगा, तू इहा साध है, गल विच चमड़े क्यों पाए हैं अते तुसी किरिया कर्म क्यों छड्डिया है अते मांस मच्छी क्यों लगे हो। तां गुरु नानक जी सलोक कहिया राग मलार विच। जां सलोक वार दी पौड़ी सुनाई तां ब्रह्मदास पंडित आ पैरी पिया, नाव तरीक होया ते लगा सेवा करन। पर मन ते बासना जावे नहीं, जो सेवा करे सहज सुभाए करे। मन ते जाने जो, अगे भी मैं एवें सेवा करदा था, तां होमे का सदका थाए पवे नाही। तां गुरु नानक जी ने कहिया, ब्रह्मदास मन ते गलाना ला, सिख हो गिणतियां ला, सच्चा सिख हो। गुरु जी ने चरण धो के पिलाए तक पाठ खुल गए, भरम दूर हो गए। दोवें ऊठ पूजा दे सुट पाए, लगा गुरु गुरु जपन, संगत की चरण रेन। तां सीहे छीबे बाणी लिख दित्ती। इस साखी विच दो गल्लां बहुत ही अनोखियां हन। एक तां गुरु जी दा अपने सरीर उत्ते चम ते रस्से लपेटे होना ਅਤੇ दूसरे शीहे छिब्बे दा बाणी लिख के देना। हैरानी केवल इस करके है कि बिना इस साखी दे होर किसी साखी विच यह नहीं आउंदा कि गुरु जी दे शरीर उदाले चम ते रस्से लपेटे हुए सन। ना ही इस साखी तो बिना किसी होर साखी विच शीहे छिब्बे दा नाम ही आउंदा है। बाणी लिखनी तां किते रही। यह अजीब रौला है पर नहीं पाठक जी। पुरानी जन्म साखी सानू इस हैरानी दे समुंदर विचों साफ पार लै जांदी है। उस विच कश्मीर दी साखी इस तरह लिखी है। तृतीया उदासी उत्तरखंड की करन लगे, तित उदासी अंक दियां खखड़ियां अते फल आहार करदा था पर सुके, अते पैरी चमड़ा ते सिर चमड़ा सारी देह लपेटिया सो, अते माथे टिक्का केसर का। तंदों नाल हस्सू लुहार अते सीहा छिब्बे थे। तब बाबा कश्मीर गया, कोई दिन उत्थे भी रहया, लोग बहुत नाव तरीक हुए। तब कश्मीर का पंडित ब्रह्मदास था। उस सुनिया जो एक फकीर आया है, तब उसके साथ दुए ऊठ पुराना के चलन अते गल विच ठाकर है। आए राम राम कीती, उस करके बैठ गया। तब भेख देख के आख्योस, तू यह साध है, तू चमड़े क्यों पहरे हैं अते रस्से क्यों लपेटे हैं, तुसी किरिया कर्म क्यों छड्डिया है ते मांस मच्छी क्यों लगे हो। तब बाबा बोलिया, पौड़ी राग मलार विच तित महल वार होई महला पहला। वार संपूर्ण होई मलार की तां ब्रह्मदास पंडित आए पैरी पया, गल ते पत्थर सुट पाया, नाव तरीक होया, सेवा करन लग अर मन ते बासना जावस नाही। जो सेवा करे सो सास पर सहज सुभाई करे, मन उत्ते आवे जो मैं अगे भी यह सेवा करदा था, तब होमे का सदका थाए पवे नाही। तब आए गुरु बाबे दी पैरी पया, दोवें ऊठ पुराना दे सुट पाए, गुरु गुरु लगा जपन, संगत की चरण रैन हुआ, तत बाणी हस्सू लुहार अते सीहे छिब्बे लिखी आदि। चोरी इसनूं कहंदे हन कि एक अखर तीक दा भी वाधा घाटा नहीं कीता। दोहां जन्म साखियां, यह साखी पढ़ो हैरान रह जावोगे कि उन्ने ही शब्द अते उन्ने ही अखर दोहां विच हन। लगा मात्रा तीक दा भी फर्क करना नकल करन वाले ने हराम समझिया है। इस साखी नूं छड्ड के भी जेकर दोहां जन्म साखियां दा टाकरा कीता जावे तां बहुत सारियां साखियां विच 17 ਦੀਆਂ 17 रल जांदियां हन। इस तो कहना ही पैंदा है कि एक ने दूजे की नकल की है, क्योंकि बाले वाली जन्म साखी विच बिना कश्मीर वाली साखी दे यह किते नहीं मन्निया कि गुरु जी शरीर उत्ते चम अते रस्से लपेटी फिरदे सन अते सीहां छिब्बां गुरु जी दे नाल सी। इसलिए यह कहना पैंदा है कि भाई बाले वाली जन्म साखी दे करता ने पुरानी जन्म साखी की नकल की। यह अगे दस्या ही जा चुका है कि पुरानी जन्म साखी 1691 संमत विच लिखी गई है। इस तो साफ सिद्ध है कि भाई बाले वाली जन्म साखी संमत 1700 तो मगरों लिखी गई है, अर्थात 7वीं पातशाही जी दे समय जां उन्हां दे समय तो मगर। श्री गुरु हर राय साहिब तो मगरों दी है। गुरु हर राय जी दे वड्डे पुत्र राम राय जी नूं जद औरंगजेब ने दिल्ली सद्दिया है तां बादशाह दा मुख प्रयोजन केवल यह सी कि किसी न किसी तरीके इन्हां उत्ते कोई दोख आरोप के इन्हां तो अपना बदला लवां जो
ਦਾਰਾ ਸ਼ਿਕੋਹ ਦੀ ਸਹਾਇਤਾ ਕਰਨ ਕਰਕੇ ਔਰੰਗਜ਼ੇਬ ਦੇ ਦਿਲ ਵਿੱਚ ਰੜਕ ਰਿਹਾ ਸੀ। ਸੋ ਉਸਨੇ ਜਾਂਦਿਆਂ ਹੀ ਰਾਮ ਰਾਏ ਜੀ ਨੂੰ ਕਿਹਾ ਕਿ ਬਾਬਾ ਨਾਨਕ ਜੀ ਨੇ ਮੁਸਲਮਾਨਾਂ ਦੀ ਨਿੰਦਾ ਕੀਤੀ ਹੈ। ਪਰ ਰਾਮ ਰਾਏ ਡਰ ਗਿਆ ਤੇ ਮਿੱਟੀ ਮੁਸਲਮਾਨ ਕੀ ਦੀ ਥਾਂ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਇਸ ਲਈ ਔਰੰਗਜ਼ੇਬ ਨੂੰ ਚੁੱਪ ਹੋਣਾ ਪਿਆ। ਇਸ ਤੋਂ ਮਾਲੂਮ ਹੁੰਦਾ ਹੈ ਕਿ ਉਸ ਪਾਸ ਕੋਈ ਸਾਧਨ ਬਦਲਾ ਲੈਣ ਦਾ ਨਹੀਂ ਸੀ। ਪਰ ਜਦ ਅਸੀਂ ਮਦੀਨੇ ਦੀ ਸਾਖੀ ਪੜ੍ਹਦੇ ਹਾਂ ਤਾਂ ਉਸ ਵਿੱਚ ਐਸਾ ਲਿਖਿਆ ਪਾਉਂਦੇ ਹਾਂ, ਮਰਦਾਨਾ ਅਜੇ ਮੁਹੰਮਦ ਵਤ ਜਨਮ ਆਵਣਾ ਹੈ, ਤ੍ਰਿਹੋਂ ਗੁਣਾ ਦੇ ਵਿੱਚੇ ਆਹਾ, ਤਿਹੋਂ ਗੁਣਾ ਵਿੱਚੋਂ ਨਿਕਲਿਆ ਨਾਹੀਂ, ਉਸ ਫੇਰ ਹਿੰਦੂ ਦੇ ਜਨਮ ਆਵਣਾ ਹੈ। 1500 ਬਰਸ ਉਸ ਦੀ ਪਿਸ਼ਤ ਵਿੱਚ ਆਰਬਲਾ ਹੈ, 1500 ਵਰਾ ਪੂਰੀ ਹੋਸੀ ਤਾਂ ਉਹ ਫੇਰ ਹਿੰਦੂ ਘਰ ਜਨਮ ਲੈ ਸੀ। ਪਰ ਸ਼ੂਦਰ ਦੇ ਘਰ ਉਸ ਤਾਈਂ ਪੂਰਨ ਸਤਿਗੁਰੂ ਪਰਲੋਕੀ ਮਿਲੇਗਾ ਤਾਂ ਉਸ ਦਾ ਜਨਮ ਮਰਨ ਤੋਂ ਰਹਿਤ ਹੋਵੇਗਾ। ਉਸ ਵਿੱਚ ਜਰਾਂਦ ਬਹੁਤ ਆਹੀ, ਪਰ ਪੂਰਾ ਉਸ ਤਾਈਂ ਕੋਈ ਨਹੀਂ ਮਿਲਿਆ, ਇੱਕ ਜਨਮ ਉਸ ਦਾ ਰਹਿੰਦਾ ਹੈ। ਹੈਰਾਨ ਹੋਈਦਾ ਹੈ ਕਿ ਇਹ ਲੇਖ ਔਰੰਗਜ਼ੇਬ ਦੀ ਨਜ਼ਰ ਤੋਂ ਕਿਸ ਤਰ੍ਹਾਂ ਬਚਿਆ ਰਿਹਾ। ਇਹ ਤਾਂ ਉਸ ਪਾਸ ਐਸਾ ਪੱਕਾ ਸਾਧਨ ਸੀ ਜਿਸ ਨੂੰ ਰਾਮ ਰਾਏ ਕਦੀ ਵੀ ਰੱਦ ਨਹੀਂ ਕਰ ਸਕਦਾ ਸੀ। ਜਿਸ ਔਰੰਗਜ਼ੇਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਪਣੇ ਮਤਲਬ ਦੀ ਤੁਕ ਲੱਭ ਲਈ, ਉਸ ਭਲਾ ਉਸ ਤੋਂ ਵੀ ਵੱਧ ਕੇ ਮਤਲਬ ਦਾ ਲੇਖ ਜਨਮ ਸਾਖੀ ਵਿੱਚ ਕੀਕੂ ਨਾ ਲੱਭ ਸਕਿਆ। ਅਸਲ ਗੱਲ ਇਹ ਜਾਪਦੀ ਹੈ ਕਿ ਉਨੀ ਦਿਨੀ ਇਹ ਜਨਮ ਸਾਖੀ ਹੀ ਨਹੀਂ ਸੀ, ਇਹ 7ਵੀਂ ਅਤੇ 8ਵੀਂ ਪਾਤਸ਼ਾਹੀ ਜੀ ਤੋਂ ਮਗਰੋਂ ਬਣੀ ਹੈ। ਕਿਉਂਕਿ ਜੇਕਰ ਐਸਾ ਨਾ ਹੁੰਦਾ ਤਾਂ ਰਾਮ ਰਾਏ ਜੀ ਨੂੰ ਇਸ ਲੇਖ ਦਾ ਵੀ ਉੱਤਰ ਦੇਣਾ ਪੈਂਦਾ। ਇਹ ਜਨਮ ਸਾਖੀ ਸੰਨ 1750 ਤੋਂ ਮਗਰੋਂ ਦੀ ਹੈ। ਚੋਜ ਕਰਦੇ ਕਰਦੇ ਅਸੀਂ 9ਵੀਂ ਪਾਤਸ਼ਾਹੀ ਜੀ ਦੇ ਸਮੇਂ ਤੀਕ ਆ ਗਏ ਹਾਂ। ਹੁਣ ਸਾਡੇ ਪਾਸ ਕੇਵਲ ਇੱਕ ਸਬੂਤ ਰਹਿ ਗਿਆ ਹੈ ਜੋ ਸਾਫ਼ ਅੱਖਰਾਂ ਵਿੱਚ ਸਿੱਧ ਕਰਦਾ ਹੈ ਕਿ ਇਹ ਜਨਮ ਸਾਖੀ ਸੰਮਤ 1750 ਬਿਕਰਮੀ ਤੋਂ ਮਗਰੋਂ ਦੀ ਬਣੀ ਹੋਈ ਹੈ। ਜਿਸ ਵੇਲੇ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਸਾਖੀਆਂ ਸੁਣਾ ਚੁੱਕਾ ਅਤੇ ਅੱਗੋਂ ਗੁਰੂ ਜੀ ਨੇ ਵੀ ਕੁਝ ਕੁ ਸਾਖੀਆਂ ਸੁਣਾਈਆਂ ਤਾਂ ਇੱਕ ਸਾਖੀ ਦੇ ਅੰਤ ਵਿੱਚ ਭਾਈ ਬਾਲੇ ਨੂੰ ਇਉਂ ਆਖਿਆ, ਇਹ ਹਾਲ ਗੁਰੂ ਨਾਨਕ ਕਰਤਾਰ ਤੇ ਪਾਈ ਹੈ, ਨਹੀਂ ਤਾਂ ਭਾਈ ਬਾਲਾ ਭਲੇ ਮਹਾਂਪੁਰਖ ਸੰਗਤਾਂ ਦੀਆਂ ਕਾਰਾਂ ਭੇਟਾਂ ਦੇਖ ਕੇ ਭੌ ਦਲ ਜਾਂਦੇ ਹਨ, ਸਾਬਤ ਨਹੀਂ ਰਹਿ ਸਕਦੇ। ਇਸ ਲੇਖ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਇਹ ਉਸ ਸਮੇਂ ਮਗਰੋਂ ਦਾ ਲਿਖਿਆ ਹੋਇਆ ਹੈ ਜਿਸ ਸਮੇਂ ਮਸੰਦਕਾਰਾਂ ਭੇਟਾਂ ਖਾ ਖਾ ਕੇ ਭੌ ਦਲ ਗਏ ਸਨ ਅਤੇ ਜਿਸ ਦੀ ਸਜ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬੜੀ ਸਖਤ ਦਿੱਤੀ ਸੀ। ਕਾਰਾਂ ਭੇਟਾਂ ਲਫ਼ਜ਼ ਹੀ ਅਜਿਹਾ ਹੈ ਜੋ ਮਸੰਦਾਂ ਤੋਂ ਪਹਿਲਾਂ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤਾਂ ਕਦਾਚਿਤ ਵੀ ਪ੍ਰਚਲਿਤ ਹੋਣ ਦਾ ਸਬੂਤ ਕਿਤੇ ਨਹੀਂ ਮਿਲਦਾ। ਮਸੰਦ ਸਾੜਨ ਦਾ ਸਮਾਂ ਸੰਮਤ 1750 ਤੋਂ ਮਗਰੋਂ ਦਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਨਮ ਸਾਖੀ ਸੰਮਤ 1750 ਤੋਂ ਮਗਰੋਂ ਹੀ ਲਿਖੀ ਗਈ ਹੋਵੇਗੀ। ਪੁਰਾਣੀ ਤੋਂ ਪੁਰਾਣੀ ਕਾਪੀ। ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇੱਕ ਡੇਰੇ ਵਿੱਚੋਂ ਮਿਲੀ ਹੈ, ਜਿਸ ਦੇ ਲਿਖੇ ਜਾਣ ਦਾ ਸੰਮਤ 1781 ਮਿਤੀ ਮਗਰਵਦੀ 10ਵੀਂ ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕਾਪੀ ਨਹੀਂ ਮਿਲਦੀ। ਇਸ ਹਿਸਾਬ ਨਾਲ ਬਿਨਾਂ ਕਿਸੇ ਵੱਡੀ ਭੁੱਲ ਦੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੇਕੜਲੇ ਸਮੇਂ ਵਿੱਚ ਬਣੀ ਹੈ। ਅੱਗੇ ਚੱਲ ਕੇ ਜਦ ਮੈਂ ਇਹ ਸਿੱਧ ਕਰਾਂਗਾ ਕਿ ਇਹ ਜਨਮ ਸਾਖੀ ਲਿਖੀ ਕਿਸ ਨੇ ਹੈ ਤਦ ਚੰਗੀ ਤਰ੍ਹਾਂ ਦੱਸ ਦਿਆਂਗਾ ਕਿ ਇਹ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਪਹਿਲਾਂ ਦੀ ਲਿਖੀ ਹੋਈ ਕਦੇ ਵੀ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 115 ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।